ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ। ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵਾਸਤੇ ਤਾਜ਼ਾ ਤਰੀਨ ਜਾਣਕਾਰੀ ਲੈ ਕੇ ਆਉਂਦੇ ਹਾਂ ਤੇ ਨਾਲ ਦੀ ਨਾਲ ਸਿਹਤ ਦੇ ਨਾਲ ਜੁੜੇ ਜਿਹੜੇ ਮਾਮਲੇ ਹੁੰਦੇ ਨੇ ਕਿ ਜਿਹੜੀ ਸਾਡੀ ਸਿਹਤ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਬੜੀ ਜ਼ਰੂਰੀ ਹੈ, ਬੜੀ ਹੀ ਲਾਜ਼ਮੀ ਹੈ। ਜੀ ਦੇ ਨਾਲ ਜਹਾਨ ਹੈ ਤੇ ਸਿਹਤ ਬਾਰੇ ਵੀ ਅਸੀਂ ਅੱਜ ਗੱਲਾਂ ਕਰਾਂਗੇ। ਤੇ ਅੱਜ ਦੀ ਜਿਹੜੀ ਗੱਲਬਾਤ ਸ਼ੁਰੂ ਵਿੱਚ ਕਰਦੇ ਹਾਂ ਕਿ ਅਸੀਂ ਜਦੋਂ ਵੀ ਦੁਨੀਆ ਦੀ ਸਾਰੀ ਇਤਿਹਾਸ ਨੂੰ ਪੜ੍ਹਦੇ ਹਾਂ, ਸਾਰੀ ਹਿਸਟਰੀ ਪੜ੍ਹਦੇ ਹਾਂ ਜਾਂ ਅਸੀਂ ਆਲਾ ਦੁਆਲਾ ਦੇਖਦੇ ਹਾਂ, ਚਾਹੇ ਪੰਜਾਬ ਦੀ ਗੱਲ ਕਰ ਲਈਏ, ਚਾਹੇ ਅਸੀਂ ਸਾਰੇ ਭਾਰਤ ਦੀ ਗੱਲ ਕਰ ਲਈਏ ਜਾਂ ਅਸੀਂ ਅਮਰੀਕਾ ਦੀ ਗੱਲ ਕਰ ਲਈਏ, ਜਰਮਨੀ ਦੀ ਗੱਲ ਕਰ ਲਈਏ, ਯੂਰਪ ਦੀ ਗੱਲ ਕਰ ਲਈਏ, ਤੇ ਇੱਕ ਸਵਾਲ ਕਿ ਵੀ ਸਾਡੇ ਮਨ 'ਚ ਪੈਦਾ ਹੁੰਦਾ ਹੈ ਕਿ ਜਿਹੜੀ ਤਾਕਤ ਹੈ, ਤਾਕਤ ਦਾ ਨਸ਼ਾ ਜਿਹੜਾ ਹੈ ਉਹ ਇਨਸਾਨ ਨੂੰ ਕਿਤੇ ਦੀ ਕਿਤੇ ਪਹੁੰਚਾ ਦਿੰਦਾ ਹੈ। ਆਮ ਤੌਰ ਤੇ ਦੇਖਦੇ ਹਾਂ ਕਿ ਜੋ ਜੋ ਇਨਸਾਨ ਦਾ ਸੁਭਾਅ ਹੁੰਦਾ ਹੈ, ਉਹਦੇ ਉੱਤੇ ਸਾਰਾ ਕੁਛ ਨਿਰਭਰ ਕਰਦਾ ਹੈ। ਔਰ ਕਈ ਵਾਰੀ ਕੁਛ ਇਹੋ ਜਿਹਾ ਸਮਾਂ ਬਦਲਣ ਦੇ ਨਾਲ, ਕੋਈ ਇਹੋ ਜਿਹੀਆਂ ਪ੍ਰਸਥਿਤੀਆਂ ਬਦਲਣ ਦੇ ਨਾਲ ਇਨਸਾਨ ਜਿਹੜਾ ਹੈ ਉਹ ਕੁਝ ਤਾਂ ਕੁਝ ਹੋ ਜਾਂਦਾ ਹੈ। ਆਪਾਂ ਦੂਰ ਕੀ ਜਾਣਾ, ਆਪਣੇ ਘਰਾਂ ਵਿੱਚ ਹੀ ਦੇਖ ਲਈਏ। ਜਦੋਂ ਅਸੀਂ ਤਾਕਤ ਦੀ ਗੱਲ ਕਰਦੇ ਹਾਂ ਜਾਂ ਪ੍ਰਸਥਿਤੀਆਂ ਦੀ ਗੱਲ ਕਰਦੇ ਹਾਂ, ਇਸ ਤਾਕਤ ਦੇ ਵੀ ਕਈ ਰੈਂਕ ਹੋ ਸਕਦੇ ਆ। ਅਸੀਂ ਘਰਾਂ ਵਿੱਚ ਦੇਖ ਲਈਏ, ਅਸੀਂ ਆਪਣੇ ਵੱਡੇ ਭਰਾਵਾਂ ਦਾ ਜਾਂ ਪੀਅਰਸ ਦਾ ਜਿਹੜਾ ਸਾਡੇ ਤੇ ਪ੍ਰੈਸ਼ਰ ਪੈਂਦਾ ਹੈ, ਜਾਂ ਅਸੀਂ ਗੱਲ ਕਰ ਲਈਏ ਗਾਣਾ ਵੀ ਇੱਕ ਬੜਾ ਮਸ਼ਹੂਰ ਹੋਇਆ ਸੀ, ਮੈਂ ਸੱਸ ਕੁੱਟਣੀ, ਸੱਸ ਨੂੰ ਕਿਉਂ ਕੁੱਟਣਾ ਪੈਂਦਾ ਹੈ, ਸੱਸ ਦਾ ਵੀ ਕੋਈ ਕਸੂਰ ਹੋਵੇਗਾ। ਇਸੇ ਤਰ੍ਹਾਂ ਹੀ ਸੱਸ ਸਹੁਰੇ ਦਾ ਕਸੂਰ ਵੀ ਹੋ ਸਕਦਾ ਹੈ ਤੇ ਨਾਲ ਦੀ ਨਾਲ ਬੱਚਿਆਂ ਦਾ ਵੀ ਕਸੂਰ ਹੋ ਸਕਦਾ ਹੈ। ਪਰ ਗੱਲ ਕਰਦੇ ਹਾਂ ਤਾਕਤ ਦੀ, ਤਾਕਤ ਉਹਨਾਂ ਹੱਥਾਂ ਵਿੱਚ ਹੁੰਦੀ ਹੈ ਜਿਨ੍ਹਾਂ ਦੇ ਕੋਲ ਕੁਛ ਨਾ ਕੁਛ ਹੋਵੇ, ਜਿਨ੍ਹਾਂ ਦੇ ਕੋਲ ਕੰਟਰੋਲ ਹੋਵੇ, ਚਾਹੇ ਉਹ ਘਰ ਦਾ ਹੀ ਕੰਟਰੋਲ ਹੋਵੇ, ਚਾਹੇ ਪਿੰਡ ਦਾ ਕੰਟਰੋਲ ਹੋਵੇ, ਚਾਹੇ ਇਲਾਕੇ ਦਾ ਕੰਟਰੋਲ ਹੋਵੇ, ਜ਼ਿਲ੍ਹੇ ਦਾ ਕੰਟਰੋਲ ਹੋਵੇ, ਸੂਬੇ ਦਾ ਕੰਟਰੋਲ ਹੋਵੇ ਤੇ ਦੇਸ਼ ਦਾ ਕੰਟਰੋਲ ਹੋਵੇ। ਤੇ ਇਸ ਵੇਲੇ ਦੇਖਦੇ ਹਾਂ ਕਿ ਕਿਸੇ ਵੇਲੇ ਅਲੈਗਜ਼ੈਂਡਰ ਨੇ, ਜਿਹਨੂੰ ਅਸੀਂ ਸਿਕੰਦਰ ਵੀ ਕਹਿੰਦੇ ਹਾਂ, ਉਹਨੇ ਸਾਰੀ ਦੁਨੀਆ ਨੂੰ ਜਿੱਤਣ ਦਾ ਇੱਕ ਸੁਪਨਾ ਦੇਖਿਆ ਸੀ ਤੇ ਉਹ ਸਾਰੀ ਦੁਨੀਆ ਨੂੰ ਜਿੱਤਣ ਵਾਸਤੇ ਚੱਲਿਆ ਸੀ। ਇਹੋ ਜਿਹਾ ਸੁਪਨਾ ਲੈ ਕੇ ਚੱਲਿਆ ਸੀ ਹਿਟਲਰ। ਤੇ ਅਸੀਂ ਮੁਸੋਲਿਨੀ ਦੀ ਗੱਲ ਕਰਦੇ ਹਾਂ ਤੇ ਹੋਰ ਬਹੁਤ ਸਾਰੇ ਜਿਹੜੇ ਤਾਕਤਵਰ ਜਿਹੜੇ ਰਾਜੇ ਹੋਏ ਨੇ, ਉਹਨਾਂ ਦੇ ਵਿੱਚ ਅਸੀਂ ਔਰੰਗਜ਼ੇਬ ਦੀ ਗੱਲ ਕਰ ਲਈਏ, ਜਹਾਂਗੀਰ ਦੀ ਗੱਲ ਕਰ ਲਈਏ। ਉਹਨਾਂ ਨੇ ਆਪਣੀ ਜਨਤਾ ਨੂੰ ਕਿੰਨਾ ਦੁੱਖ ਦਿੱਤਾ, ਕਿੰਨੀ ਉਹਨਾਂ ਨੇ ਪਰੇਸ਼ਾਨੀ ਪੈਦਾ ਕੀਤੀ। ਅਸੀਂ ਰੂਸ ਦੇ ਜ਼ਾਰ ਦੀ ਗੱਲ ਕਰ ਲਈਏ, ਉਸ ਤੋਂ ਬਾਅਦ ਪਤਾ ਲੱਗਾ ਕਿ ਸਟਾਲਨ ਆਇਆ। ਸਟਾਲਨ ਨੇ ਵੀ ਇਹੋ ਜਿਹੇ ਕੁਛ ਕਾਰਨਾਮੇ ਕੀਤੇ ਜਿਹਦੇ ਨਾਲ ਉਹ ਲੋਕਾਂ ਦੇ ਵਿੱਚ ਲੋਕਪ੍ਰਿਯ ਨਹੀਂ ਹੋ ਸਕਿਆ ਜਿੰਨਾ ਕਿ ਉਸਨੂੰ ਹੋ ਜਾਣਾ ਚਾਹੀਦਾ ਸੀਗਾ। ਸੋ ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਪਾਵਰ ਹੈ ਜਾਂ ਜਿਹੜੀ ਤਾਕਤ ਹੈ ਉਹ ਬੰਦੇ ਨੂੰ ਕਿੱਦਾਂ ਭ੍ਰਿਸ਼ਟ ਕਰ ਦਿੰਦੀ ਹੈ। ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹ ਕਿੱਥੋਂ ਦਾ ਇੱਕ ਬਹੁਤ ਹੀ ਕਾਬਲੇ ਤਾਰੀਫ ਹਿਸਟੋਰੀਅਨ ਹੋਇਆ ਜਿਸ ਦਾ ਨਾਮ ਸੀ ਲੋਰਡ, ਮਾਫ ਕਰਨਾ, ਜੌਨ ਐਮਰਿਚ ਐਡਵਰਡ ਡੈਲਬਰਗ ਐਕਟਨ। ਪਰ ਉਸਨੂੰ, ਜਿਸਨੂੰ ਜੌਨ ਐਕਟਨ, ਲੋਰਡ ਐਕਟਨ ਦੇ ਨਾਮ ਨਾਲ ਵੀ ਯਾਦ ਕਰਦੇ ਆ, ਬਾਅਦ ਚੋਂ ਲੋਰਡ ਬਣ ਗਿਆ ਸੀਗਾ। ਵਿਕਟੋਰੀਅਨ ਕਾਲ ਦਾ ਜਾਂ ਵਿਕਟੋਰੀਅਨ ਰਾਜ ਦੇ ਵੇਲੇ ਦਾ ਉਹ ਇੱਕ ਬਹੁਤ ਹੀ ਨਾਮਵਰ ਹਿਸਟੋਰੀਅਨ ਭਾਵ ਕੇ ਇਤਿਹਾਸਕਾਰ ਹੋਇਆ ਹੈ। ਤੇ ਫਿਰ ਉਹ ਕਹਿੰਦਾ ਹੈ ਕਿ ਜਿਹੜੀ ਬੇਹੱਦ ਤਾਕਤ ਹੁੰਦੀ ਹੈ ਉਹ ਬੇਹੱਦ ਬੰਦੇ ਨੂੰ ਭ੍ਰਿਸ਼ਟ ਕਰ ਦਿੰਦੀ ਹੈ। ਤੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਦੇਖ ਵੀ ਰਹੇ ਹੈਗੇ ਆ, ਵੈਸੇ ਪੰਜਾਬ ਦੇ ਵਿੱਚ ਜਿਹੜੀਆਂ ਉਹ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵੇਲੇ ਜੋ ਧਾਂਦਲੀਆਂ ਹੋਈਆਂ, ਜੋ ਤਾਕਤਾਂ ਦੀ ਦੁਰਵਰਤੋਂ ਕੀਤੀ ਗਈ, ਉਹਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਆ। ਤੇ ਦੂਜੇ ਪਾਸੇ ਹੁਣ ਅਸੀਂ ਥੋੜਾ ਸਿਰ ਉੱਚਾ ਕਰਕੇ ਦੇਖੀਏ ਕਿ ਅਮਰੀਕਾ ਵੱਲ ਨੂੰ ਵੀ ਸਾਨੂੰ ਲੱਗਦਾ ਹੈ ਕਿ ਡੋਨਲਡ ਟਰੰਪ, ਜਿਸ ਦੇ ਉੱਤੇ ਤਕਰੀਬਨ 40 ਕੇਸ ਚੱਲ ਰਹੇ ਸੀ ਔਰ ਬੜੀਆਂ ਸੰਭਾਵਨਾ ਸੀ ਕਿ ਉਸਨੂੰ ਜੇਲ੍ਹ ਹੋਵੇਗੀ, ਇੰਪੀਚਮੈਂਟ ਹੋਈ ਉਹਦੀ, ਤੇ ਉਹ ਹਲੇ ਵੀ ਤਾਕਤ ਦੇ ਵਿੱਚ ਆਉਣ ਦੀ ਤਿਆਰੀ ਕਰ ਰਿਹਾ ਹੈ ਤੇ ਸ਼ਾਇਦ ਉਹ ਆ ਵੀ ਜਾਵੇ। ਸੋ ਇਹੋ ਜਿਹੀਆਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਪ੍ਰਸਥਿਤੀਆਂ ਜਦੋਂ ਪੈਦਾ ਹੁੰਦੀਆਂ ਨੇ ਕਿ ਇਨਸਾਨ ਜਿਹੜਾ ਆਪਣੀ ਅਸਲੀਅਤ ਭੁੱਲ ਕੇ ਉਹ ਕੁਛ ਹੋਰ ਦਾ ਹੋਰ ਹੋ ਜਾਂਦਾ ਹੈ। ਕਿਸੇ ਵੇਲੇ ਅਸੀਂ ਨਵਜੋਤ ਸਿੱਧੂ ਦੀ ਗੱਲ ਕਰਦੇ ਹੁੰਦੀ ਸੀ, ਕਿਸੇ ਵੇਲੇ ਉਹ ਆਪਣੇ ਆਪ ਨੂੰ ਸਾਰੇ ਪੰਜਾਬ ਦਾ ਬੇਤਾਜ ਬਾਦਸ਼ਾਹ ਦੇਖਣਾ ਚਾਹੁੰਦਾ ਸੀ ਤੇ ਕਿਆਸ ਕਰੋ ਕਿ ਉਹ ਭਾਰਤ ਦਾ ਜੇ ਮੁੱਖ ਪ੍ਰਧਾਨ ਮੰਤਰੀ ਬਣ ਜਾਂਦਾ ਤੇ ਕਿਹੋ ਜਿਹੇ ਹਾਲਾਤ ਹੋ ਸਕਦੇ ਸੀ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਦੇਖਦੇ ਆ ਕਿ ਇਨਸਾਨ ਨੂੰ ਥੋੜਾ ਜਿਹਾ ਆਪਣੇ ਅੰਦਰ ਰਹਿਣਾ ਚਾਹੀਦਾ ਹੈ, ਆਪਣੀ ਸੀਮਾ ਦੇ ਵਿੱਚ ਰਹਿਣਾ ਚਾਹੀਦਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਮਿੱਠੋ ਤਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਤੇ ਜਿੰਨੀ ਵੀ ਮਿਠਾਸ ਤੁਹਾਡੇ ਵਿੱਚ ਹੋਵੇ। ਔਰ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਤੱਥ ਦਿੱਤੇ ਗਏ ਨੇ, ਬਹੁਤ ਸਾਰੀਆਂ ਨਸੀਹਤਾਂ ਦਿੱਤੀਆਂ ਗਈਆਂ ਨੇ ਕਿ ਮਤ ਹੁੰਦਾ ਹੋਏ ਇਆਣਾ, ਤਾਕਤ ਹੁੰਦਾ ਹੋਏ ਤਾਣ ਹੁੰਦਾ ਹੋਏ ਨਤਾਣਾ, ਮਾਣ ਹੁੰਦਾ ਹੋਏ ਨਿਮਾਣਾ। ਸੋ ਤਾਕਤ ਦੇ ਹੁੰਦਿਆਂ ਹੋਇਆਂ ਵੀ ਅਗਰ ਤੁਸੀਂ ਨਿਮਰਤਾ ਦੇ ਨਾਲ ਵਿਚਰਦੇ ਹੋ ਤੇ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਅਸੀਸਾਂ ਲੋਕਾਂ ਦੀਆਂ, ਤੁਹਾਡੇ ਰਿਸ਼ਤੇਦਾਰਾਂ ਦੀਆਂ ਤੁਹਾਨੂੰ ਮਿਲ ਸਕਦੀਆਂ ਹਨ।
ਤੇ ਆਪਾਂ ਇਹ ਵੀ ਦੇਖਦੇ ਹਾਂ ਕਿ ਕੋਈ ਵੀ ਇਹਦਾ ਖੇਤਰ ਕੋਈ ਵੀ ਲੈ ਲਈਏ, ਚਾਹੇ ਅਸੀਂ ਸਪੋਰਟਸ ਦੀ ਗੱਲ ਕਰ ਲਈਏ ਕਿ ਜਿਹੜੇ ਵੱਡੇ ਖਿਡਾਰੀ ਆ ਛੋਟਿਆਂ ਨੂੰ ਉੱਠਣ ਨਹੀਂ ਦਿੰਦੇ ਹੈਗੇ, ਤੇ ਵੱਡੇ ਲਿਖਾਰੀਆਂ ਦੀ ਗੱਲ ਕਰ ਲਈਏ, ਉਹ ਵੀ ਚਾਹੁੰਦੇ ਆ ਕਿ ਉਹਨਾਂ ਦੇ ਮੁਕਾਬਲੇ ਦਾ ਕੋਈ ਲਿਖਾਰੀ ਹੋ ਨਾ ਸਕੇ। ਸੋ ਇਹ ਵੀ ਇੱਕ ਤਾਕਤ ਦਾ ਨਸ਼ਾ ਹੁੰਦਾ ਹੈ। ਜਿਹੜੀ ਜ਼ਿਆਦਾ ਜਿਹੜੀ ਤਾਕਤ ਹੈ ਉਹ ਇਨਸਾਨ ਦਾ ਦਿਮਾਗ ਖਰਾਬ ਕਰ ਹੀ ਦਿੰਦੀ ਹੈ, ਚਾਹੇ ਉਹ ਭ੍ਰਿਸ਼ਟ ਨਾ ਵੀ ਹੋਵੇ, ਪਰ ਜ਼ਾਲਮਾਨਾ ਤੌਰ ਦੇ ਉੱਤੇ ਜਿਹੜੇ ਉਸਦੇ ਤੌਰ ਤਰੀਕੇ ਹੁੰਦੇ ਨੇ ਉਹ ਮਨੁੱਖਤਾ ਵਾਲੇ ਨਹੀਂ ਰਹਿੰਦੇ, ਮਾਨਵਤਾ ਵਾਲੇ ਨਹੀਂ ਰਹਿੰਦੇ ਹੈਗੇ। ਪਰ ਅਸੀਂ ਇਹਨਾਂ ਮੁਲਕਾਂ ਵਿੱਚ ਦੇਖਦੇ ਹਾਂ ਤੇ ਕਿਤੇ ਨਾ ਕਿਤੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਮਨੁੱਖ ਦੀ ਇੱਥੇ ਕਦਰ ਹੈਗੀ ਆ। ਤੇ ਨਾਲ ਦੀ ਨਾਲ ਇਹ ਜਿਹੜੇ ਅਸੀਂ ਲੋਰਡ ਐਕਟਨ ਦੀ ਗੱਲ ਕੀਤੀ ਆ, ਉਹਨੂੰ ਕਿਹਾ ਜਾਂਦਾ ਸੀ ਕਿ ਦ ਹਿਸਟੋਰੀਅਨ ਆਫ ਲਿਬਰਟੀ। ਸੋ ਇਹੋ ਜਿਹੇ ਜਿਹੜੇ ਇਨਸਾਨ ਨੇ ਉਹਨਾਂ ਨੇ ਵੀ ਕੁਛ ਵਧੀਆ ਰਾਹ ਚੁਣੇ ਨੇ, ਪਰ ਦੇਖਿਆ ਜਾਵੇ ਕਿ ਇਹ ਜਿਹੜੀ ਤਾਕਤ ਹੈਗੀ ਆ ਇਹਦੇ ਬਾਰੇ ਕੋਈ ਦਵਾਈ ਹੋਣੀ ਚਾਹੀਦੀ ਆ ਮੇਰੇ ਖਿਆਲ ਦੇ ਵਿੱਚ, ਤਾਂ ਕਿ ਉਸ ਬੰਦੇ ਨੂੰ ਸਮਝਾਇਆ ਜਾ ਸਕੇ ਕਿ ਤੈਨੂੰ ਆਪਣੇ ਘੇਰੇ ਵਿੱਚ ਰਹਿਣਾ ਚਾਹੀਦਾ ਹੈ। ਤੇ ਅਸੀਂ ਆਪਣੀ ਤਾਕਤ ਦੀ ਵਰਤੋਂ ਕਰਦੇ ਬੋਰਿਸ ਜੌਨਸਨ ਨੂੰ ਦੇਖਿਆ ਹੈ, ਔਰ ਦੇਖਿਆ ਹੈ ਕਿ ਉਹਨਾਂ ਨੇ ਕੋਵਿਡ ਨੂੰ ਕੋਈ ਉਹਨਾਂ ਦਾ ਖਿਆਲ ਨਹੀਂ ਕਿ ਕੋਵਿਡ ਨੂੰ ਕਿੱਦਾਂ ਕੰਟਰੋਲ ਕਰਨਾ ਹੈ, ਪਰ ਉਹ ਪਾਰਟੀ ਦੇ ਨਸ਼ੇ ਦੇ ਵਿੱਚ ਉਹ ਆਪਣੀ ਸਾਰੀ ਤਾਕਤ ਗਵਾ ਬੈਠਾ। ਤੇ ਅੱਜ ਅਸੀਂ ਗੱਲ ਕਰਾਂਗੇ, ਜਿਵੇਂ ਗੱਲ ਕੀਤੀ ਹੈ ਕਿ ਸਿਹਤ ਦਾ ਸਾਡੇ ਜ਼ਿੰਦਗੀ ਦੇ ਨਾਲ ਕਿੰਨਾ ਗੂੜਾ ਟੁੱਟ ਸੰਬੰਧ ਹੁੰਦਾ ਹੈ, ਔਰ ਸਿਹਤ ਦੇ ਉੱਤੇ ਹੀ ਸਾਰਾ ਜਿਹੜਾ ਦਾਰੋਮਦਾਰ ਚੱਲਦਾ ਹੈ। ਜਿਵੇਂ ਅਸੀਂ ਜੇ ਅਸੀਂ ਗੱਲ ਕਰ ਲਈਏ ਪੋਲਿਟਿਕਸ ਦੀ ਗੱਲ ਕਰ ਲਈਏ, ਰਾਜਨੀਤੀ ਦੀ ਗੱਲ ਕਰ ਲਈਏ, ਦੁਨੀਆ ਦੇ ਅਰਥਚਾਰੇ ਦੀ ਗੱਲ ਕਰ ਲਈਏ, ਉਹਦੇ ਵਿੱਚ ਕੁਝ ਤਾਕਤਾਂ ਦੀ ਗੱਲ ਕਰਦੇ ਆ, ਚਾਹੇ ਜਿਹੜੀਆਂ ਉਹ ਪੋਲੀਟੀਕਲ ਤਾਕਤਾਂ ਨੇ, ਚਾਹੇ ਫਾਈਨੈਂਸ਼ੀਅਲ ਤਾਕਤਾਂ ਨੇ, ਜਿਹੜੀਆਂ ਵੱਡੇ ਵੱਡੇ ਜਿਹੜੇ ਵਪਾਰਕ ਅਦਾਰੇ ਹਨ, ਉਹ ਵੀ ਦੇਸ਼ ਨੂੰ ਚਲਾਉਣ ਵਾਸਤੇ ਉਹਨਾਂ ਦਾ ਵੀ ਮਦਦ ਚਾਹੀਦੀ ਹੁੰਦੀ ਹੈ। ਪਰ ਨਾਲ ਦੀ ਨਾਲ ਦੇਖਦੇ ਆ ਕਿ ਜੋ ਤੁਹਾਡੀ ਸਿਹਤ ਦੀ ਗੱਲ ਆਉਂਦੀ ਆ, ਤੁਹਾਡੇ ਸਰੀਰ ਦੀ ਗੱਲ ਆਉਂਦੀ ਆ, ਉਹਦੇ ਵਾਸਤੇ ਸਾਨੂੰ ਕੁਝ ਦਵਾਈਆਂ ਵੀ ਲੈਣੀਆਂ ਪੈਂਦੀਆਂ ਨੇ, ਕਿਉਂਕਿ ਜਿਹੜਾ ਸਰੀਰ ਹੈ ਜਾਂ ਉਹਦੀ ਸਿਹਤ ਹੈ ਉਹਦੇ ਵਿੱਚ ਉਤਰਾਅ ਚੜਾਅ ਤਾਂ ਆਉਂਦੇ ਰਹਿੰਦੇ ਨੇ। ਜਿਵੇਂ ਕਿ ਮੌਸਮ ਬਦਲਦੇ ਨੇ, ਬਦਲਦੇ ਮੌਸਮਾਂ ਦੇ ਨਾਲ ਨਾਲ ਜਿਹੜੇ ਦਵਾਈਆਂ ਵੀ ਬਦਲ ਰਹੀਆਂ ਨੇ। ਹੁਣ ਦੇਖਦੇ ਆ ਕਿ ਇਲਾਜ ਕਿੰਨੇ ਜ਼ਿਆਦਾ ਹੋ ਗਏ ਨੇ, ਕਿੰਨੀ ਟੈਕਨੋਲੋਜੀ ਵੱਧ ਗਈ ਹੈ। ਪਰ ਦੂਜੇ ਪਾਸੇ ਦੇਖਿਆ ਜਾਵੇ ਕੁਝ ਬਿਮਾਰੀਆਂ ਨੇ, ਉਹ ਵੀ ਨਵੀਆਂ ਬਿਮਾਰੀਆਂ ਆ ਰਹੀਆਂ ਨੇ, ਜਿਨ੍ਹਾਂ ਦੇ ਨਾਲ ਜਿਹੜਾ ਵਿਗਿਆਨਕ ਯੁੱਗ ਹੈ ਜਾਂ ਡਾਕਟਰੀ ਪੇਸ਼ਾ ਹੈ ਉਹ ਬੜੇ ਲੰਮੇ ਸਮੇਂ ਤੋਂ ਜੂਝਦਾ ਆ ਰਿਹਾ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਐਂਟੀਬਾਇਓਟਿਕ ਦੀ। ਐਂਟੀਬਾਇਓਟਿਕ ਕੀ ਹੁੰਦੇ ਆ, ਉਹ ਕਿਵੇਂ ਕੰਮ ਕਰਦੇ ਆ, ਉਹਨਾਂ ਦੀ ਕਦੋਂ ਲੋੜ ਪੈਂਦੀ ਆ, ਸਾਨੂੰ ਕਦੋਂ ਖਾਣੇ ਚਾਹੀਦੇ ਆ ਜਾਂ ਕਦੋਂ ਨਹੀਂ ਖਾਣੇ ਚਾਹੀਦੇ, ਤੇ ਇਹਨਾਂ ਐਂਟੀਬਾਇਓਟਿਕ ਦੀ ਜਿਹੜੀ ਸੰਭਾਵੀ ਜਿਹੜੇ ਖਤਰੇ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਸਾਈਡ ਇਫੈਕਟ ਵੀ ਕਹਿ ਸਕਦੇ ਆ, ਉਹ ਕੀ ਹੋ ਸਕਦੇ ਆ, ਜਾਂ ਇਹਨਾਂ ਦੀ ਸਾਡੇ ਸਰੀਰ ਨੂੰ ਕਿੰਨੀ ਕੁ ਲੋੜ ਹੁੰਦੀ ਹੈ। ਸੋ ਇਹ ਸਾਰੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮਹਿੰਦਰ ਗਿੱਲ ਜੀ। ਆਓ ਅਸੀਂ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ। ਮਹਿੰਦਰ ਗਿੱਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਆਮ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਕਿ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਤੇ ਹਾਂਜੀ ਮੈਨੂੰ ਡਾਕਟਰ ਨੇ ਐਂਟੀਬਾਇਓਟਿਕ ਪ੍ਰਸਕ੍ਰਾਈਬ ਕੀਤੇ ਹਨ ਤੇ ਮੈਂ ਐਂਟੀਬਾਇਓਟਿਕ ਲੈਣਾ ਹੈ। ਤੇ ਐਂਟੀਬਾਇਓਟਿਕ ਅਸਲ ਵਿੱਚ ਹੁੰਦੇ ਕੀ ਆ, ਇਹਦੀ ਪਰਿਭਾਸ਼ਾ ਕੀ ਹੈ, ਇਹਦੇ ਬਾਰੇ ਦੱਸੋ ਪਹਿਲਾਂ ਸਭ ਤੋਂ। ਠੀਕ ਹੈ ਜੀ। ਕਈ ਵਾਰ ਆਪਣੇ ਤੁਸੀਂ ਕਿਹਾ ਕਿ ਕੋਈ ਬੰਦਾ ਕਹਿੰਦਾ ਮੈਨੂੰ ਐਂਟੀਬਾਇਓਟਿਕ ਦਿੱਤੇ ਗਏ ਨੇ, ਤੇ ਕਈ ਵਾਰ ਇਹ ਵੀ ਗਿਲਾ ਕੀਤਾ ਜਾਂਦਾ ਕਿ ਮੈਂ ਗਿਆ ਸੀ ਯਾਰ, ਉਹ ਡਾਕਟਰ ਨੇ ਮੈਨੂੰ ਐਂਟੀਬਾਇਓਟਿਕ ਦਿੱਤੇ ਹੀ ਨਹੀਂ, ਮੈਨੂੰ ਐਂਟੀਬਾਇਓਟਿਕ ਚਾਹੀਦੇ ਆ। ਸੋ ਇਹ ਦੋ ਗੱਲਾਂ ਮਤਲਬ ਚੱਲਦੀਆਂ ਹੈਗੀਆਂ। ਸੋ ਐਂਟੀਬਾਇਓਟਿਕ ਦੋ ਸ਼ਬਦਾਂ ਤੋਂ ਬਣਿਆ। ਐਂਟੀ ਜਿਹੜੀ ਕਿਸੇ ਚੀਜ਼ ਦੇ ਖਿਲਾਫ ਹੋਵੇ, ਔਰ ਬਾਇਓਟਿਕ ਬਾਇਓ ਹੁੰਦਾ ਜਿਹੜਾ ਜੀਵ ਜੰਤੂ। ਸੋ ਇਹ ਐਂਟੀਬਾਇਓਟਿਕ ਇਹੋ ਜਿਹੇ ਰਸਾਇਣਿਕ ਚੀਜ਼ਾਂ ਨੇ, ਕੈਮੀਕਲ ਨੇ, ਜਿਹੜੇ ਜਾਨਦਾਰ ਚੀਜ਼ਾਂ ਜਿਵੇਂ ਬੈਕਟੀਰੀਆ ਜਾਂ ਵਾਇਰਸਿਸ ਉਹਨਾਂ ਦੇ ਖਿਲਾਫ ਕੰਮ ਕਰੇ ਤੇ ਉਹਨਾਂ ਨੂੰ ਮਾਰੇ। ਤੇ ਕਿਉਂਕਿ ਜਦੋਂ ਇਹ ਇਨਫੈਕਸ਼ਨ ਬੰਦੇ ਦੇ ਸਰੀਰ ਨੂੰ ਲੱਗ ਜਾਂਦੀ ਹੈ ਤੇ ਕਈ ਵਾਰ ਘਾਤਕ ਸਿੱਧ ਹੁੰਦੀ ਸੀਗੀ। ਮਾੜਾ ਜਿਹਾ ਮੈਂ ਮਤਲਬ ਜੇ ਟਾਈਮ ਹੋਵੇ ਤੇ ਹਿਸਟੋਰੀਕਲ ਗੱਲ ਇਹਦੀ ਕਰਾਂ ਕਿ ਇਹ ਦੇਖਿਆ ਜਾਂਦਾ ਹੈ, ਜੇ ਅਸੀਂ ਪਿੱਛਾ ਦੇਖੀਏ ਮੁੜ ਕੇ ਆਪਣੇ ਇਤਿਹਾਸ ਵਿੱਚ ਵੀ ਤੇ ਹੋਰ ਯੂਨਾਨ ਦੇ ਵਿੱਚ ਵੀ, ਮਿਸਰ ਦੇ ਵਿੱਚ ਵੀ, ਇਨਸਾਨ ਨੂੰ ਪਤਾ ਲੱਗ ਗਿਆ ਸੀਗਾ ਕਿ ਕੁਝ ਪੌਦੇ ਇਹੋ ਜਿਹੇ ਨੇ ਜਿਹੜੇ ਕਿਸੇ ਹੋਰ ਖਰਾਬ ਚੀਜ਼ ਹੋ ਰਹੀ ਨੂੰ ਮਤਲਬ ਹੈ ਉਹਦੇ ਅਗੇਂਸਟ ਕੰਮ ਕਰਦੇ ਆ। ਉਹ ਤਕਰੀਬਨ ਐਂਟੀਬਾਇਓਟਿਕ ਪੌਦਿਆਂ ਦੇ ਵਿੱਚ ਵੀ ਹੈਗੀ ਹੈ, ਕਿਉਂਕਿ ਉਹ ਆਪਣੇ ਆਪ ਲਈ ਪੈਦਾ ਕਰਦੇ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ। ਔਰ ਜਦੋਂ ਸਾਇੰਸ ਦਾ ਯੁੱਗ ਆਇਆ ਯੂਰਪ ਦੇ ਵਿੱਚ 19ਵੀਂ ਸਦੀ 'ਚ ਖਾਸ ਕਰ, ਇਹ ਦੇਖਿਆ ਜਾਣ ਲੱਗ ਪਿਆ ਕਿ ਕਈ ਪੌਦੇ ਇਹੋ ਜਿਹੇ ਨੇ
ਜਿਵੇਂ ਫਰਜ਼ ਕਰ ਲਓ, ਜਿਹਨੂੰ ਆਪਾਂ ਉੱਲੀ ਕਹਿੰਦੇ ਆ, ਮੋਲਡ ਅੰਗਰੇਜ਼ੀ ਵਾਲੇ ਕਹਿੰਦੇ ਆ, ਆਪਾਂ ਕਹਿੰਦੇ ਉੱਲੀ ਲੱਗੇ ਕਿਸੇ ਚੀਜ਼ ਨੂੰ, ਉਹ ਮੋਲਡ ਜੀ ਹੁੰਦਾ, ਇੱਕ ਕਿਸਮ ਫੰਗਸ ਹੁੰਦੀ ਆ। ਤੇ ਉਹਨਾਂ ਨੇ ਦੇਖਿਆ ਆਪਣੇ ਲੈਬੋਰਟਰੀ ਦੇ ਵਿੱਚ ਕਿ ਇਹੋ ਜਿਹੇ ਪੌਦੇ ਕਈ ਹੈਗੇ ਜਿਹੜੇ ਬੈਕਟੀਰੀਆ ਨੂੰ, ਜਰਾਸੀਮਾਂ ਨੂੰ ਖਤਮ ਕਰ ਦਿੰਦੇ ਆ। ਇਹਨਾਂ ਵਿੱਚ ਕੀ ਚੀਜ਼ ਆ? ਸੋ ਪਹਿਲੀ ਐਂਟੀਬਾਇਓਟਿਕ ਜਿਹੜੀ ਸੀਗੀ ਸਿੰਥੈਟਿਕ, ਉਹ ਜਰਮਨੀ ਵਿੱਚ ਐਲਿਕ ਨੇ ਬਣਾਈ 19ਵੀਂ ਸਦੀ 'ਚ। ਥੋੜਾ ਥੋੜਾ ਉਹਦਾ ਅਸਰ ਹੋਇਆ, ਲੇਕਿਨ ਇੰਨਾ ਨਹੀਂ। ਫਿਰ 1926-27 'ਚ ਜਾ ਕੇ ਪੈਨੀਸਿਲਿਨ ਦੀ ਕਾਢ ਹੋਈ ਹੈ। ਸੋ ਪੈਨੀਸਿਲਿਨ ਸਾਡੀ ਪਹਿਲੀ ਐਂਟੀਬਾਇਓਟਿਕ। ਤੇ ਉਹ ਤੋਂ ਬਾਅਦ ਬਹੁਤ ਕਿਸਮ ਦੀਆਂ ਐਂਟੀਬਾਇਓਟਿਕ ਆਈਆਂ। 4-5 ਗਰੁੱਪ ਬੜੇ ਐਂਟੀਬਾਇਓਟਿਕ ਦੇ ਹੈ ਨੇ ਜਿਹੜੇ ਵਰਤੇ ਜਾਂਦੇ ਨੇ। ਔਰ ਇੱਕ ਜਾਂਦੇ ਜਾਂਦੇ ਗੱਲ ਆਪਾਂ ਇਹ ਕਹਿ ਦਈਏ, ਦੱਸ ਦਈਏ ਕਿ ਐਂਟੀਬਾਇਓਟਿਕ ਦੇ ਯੁੱਗ ਤੋਂ ਪਹਿਲਾਂ ਇਨਫੈਕਸ਼ਨਾਂ ਨੂੰ ਮਾਰਨ ਲਈ ਸਾਡੇ ਕੋਲ ਕੋਈ ਚੀਜ਼ ਨਹੀਂ ਸੀਗੀ। ਉਹ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਹੋਇਆ ਕਰਦੀਆਂ ਸੀ, ਉਹ ਇਨਫੈਕਸ਼ਨ ਕਾਰਨ ਹੋਇਆ ਕਰਦੀਆਂ ਸੀ। ਫਰਜ਼ ਕਰ ਲਓ ਡਾਇਰੀਆ ਹੋ ਗਿਆ ਕਿਸੇ ਨੂੰ, ਨਿਮੋਨੀਆ ਹੋ ਗਿਆ, ਮੈਨਿਜਾਈਟਿਸ ਹੋ ਗਿਆ, ਇਹਨਾਂ ਸੋ ਇਹੋ ਜਿਹੀਆਂ ਬਿਮਾਰੀਆਂ ਬਹੁਤ ਜ਼ਿਆਦਾ ਸੀਗੀਆਂ। ਤੇ ਐਂਟੀਬਾਇਓਟਿਕ ਦੇ ਆਉਣ ਨਾਲ ਇਹਨਾਂ ਬਿਮਾਰੀਆਂ ਤੇ ਬਹੁਤ ਕਾਬੂ ਪੈ ਗਿਆ ਤੇ ਬਹੁਤ ਸਾਰੀਆਂ ਘਟ ਗਈਆਂ। ਸੋ ਇਸ ਕਰਕੇ ਐਂਟੀਬਾਇਓਟਿਕ ਇੱਕ ਯੁੱਗ ਪਲਟਾਊ ਦਵਾਈ ਆਪਾਂ ਕਹਿ ਸਕਦੇ ਹਾਂ। ਤੇ ਇਹਨੇ ਜਿੱਥੇ ਬਹੁਤ ਸਾਰੇ ਫਾਇਦੇ ਕੀਤੇ ਆ, ਉੱਥੇ ਆਪਾਂ ਹੁਣ ਦੇਖਣਾ ਕਿ ਥੋੜੇ ਬਹੁਤੇ ਨੁਕਸਾਨ ਵੀ ਹੋ ਰਹੇ ਆ, ਤੇ ਉਹਨਾਂ ਦਾ ਕਿਵੇਂ ਆਪਾਂ ਉਹਨਾਂ ਨਾਲ ਨਜਿੱਠਣਾ ਹੈਗਾ। ਹਾਂਜੀ, ਇਹ ਜਿਵੇਂ ਤੁਸੀਂ ਗੱਲ ਕੀਤੀ ਆ, ਬਾਕੀ ਅੱਜ ਕੱਲ ਪੰਜਾਬ ਦੇ ਵਿੱਚ ਇਹ ਬਹੁਤ ਜ਼ਿਆਦਾ ਹੈਗੀ ਡਾਕਟਰ ਸਾਹਿਬ, ਕਿ ਅਗਰ ਮਰੀਜ਼ ਕੋਈ ਡਾਕਟਰ ਦੇ ਜਾਂਦਾ ਹੈ ਤੇ ਡਾਕਟਰ ਉਹਦੇ ਟੀਕਾ ਨਹੀਂ ਲਾਉਂਦਾ, ਤੇ ਉਹਨੂੰ ਯਕੀਨ ਨਹੀਂ ਹੁੰਦਾ ਕਿ ਮੈਨੂੰ ਇਸ ਡਾਕਟਰ ਤੋਂ ਆਰਾਮ ਆਉਣਾ ਕਿ ਨਹੀਂ ਹੈਗਾ। ਭਾਵ ਕਿ ਇੰਨਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਐਂਟੀਬਾਇਓਟਿਕ ਦੀ ਗੱਲ ਕੀਤੀ ਹੈ ਕਿ ਮੈਨੂੰ ਐਂਟੀਬਾਇਓਟਿਕ ਦਿੱਤੇ ਨਹੀਂ ਹੈਗੇ, ਔਰ ਸੋ ਲੋਕਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਐਂਟੀਬਾਇਓਟਿਕ ਦੇ ਨਾਲ ਉਹਨੂੰ ਐਂਟੀਬਾਇਓਟਿਕ ਨਾਲ ਉਹਨੇ ਠੀਕ ਹੋ ਹੀ ਜਾਣਾ ਹੁੰਦਾ ਹੈ। ਸੋ ਹਾਂ ਇਹ ਦੱਸੋ ਵੀ ਕੰਮ ਕਿਵੇਂ ਕਰਦੇ ਆ ਜਦੋਂ ਆਪਾਂ ਲੈ ਲੈਂਦੇ ਹਾਂ, ਜਾਂ ਕੋਈ ਐਗਜ਼ਾਮਪਲ ਦਿਓ ਕਿਸੇ ਬਿਮਾਰੀ ਦੀ ਜਦੋਂ ਉਹ ਕਿਸ ਤਰ੍ਹਾਂ ਕੰਮ ਕਰਦੇ ਆ। ਹਾਂਜੀ, ਤੁਸੀਂ ਇੰਡੀਆ ਦੀ ਗੱਲ ਕੀਤੀ, ਬਿਲਕੁਲ ਸਹੀ ਗੱਲ ਹੈ। ਮੈਂ ਕਾਫੀ ਦੇਰ ਪਹਿਲਾਂ ਗਿਆ ਤੇ ਉਹ ਪਿੰਡ ਵਿੱਚ ਗਿਆ, ਤੇ ਉਹਨਾਂ ਕੋਲ ਪਿੰਡ ਦਾ ਡਾਕਟਰ ਸੀਗਾ, ਤੇ ਉਹ ਮਤਲਬ ਸਟ੍ਰੈਪਟੋਮਾਈਸਿਨ ਦੇ ਟੀਕੇ ਲਾ ਰਿਹਾ। ਸਟ੍ਰੈਪਟੋਮਾਈਸਿਨ ਇੱਕ ਉਹ ਦਵਾਈ ਐਂਟੀਬਾਇਓਟਿਕ ਹੈ ਜਿਹੜੀ ਟੀਬੀ ਲਈ ਦਿੱਤੀ ਜਾਂਦੀ ਹੈ। ਅਸੀਂ ਇੱਥੇ ਟੀਬੀ ਲਈ ਦਿੰਦੇ ਹਾਂ। ਤੇ ਉਹ ਮੈਂ ਪੁੱਛਿਆ ਵੀ ਤੁਸੀਂ ਕਾਹਦੇ ਲਈ ਇਹ ਲਾ ਰਹੇ ਆ? ਕਿ ਉਹ ਕਹਿੰਦੇ ਇਹਨੂੰ ਕੋਲਡ ਫਲੂ ਹੋਇਆ, ਜ਼ੁਕਾਮ ਹੋਇਆ। ਸੋ ਇਸ ਤਰੀਕੇ ਨਾਲ ਨਾ, ਮਤਲਬ ਕਿਉਂਕਿ ਥੋੜਾ ਬਹੁਤਾ ਜਾਂ ਅੰਡਰਸਟੈਂਡਿੰਗ ਦੀ ਰੱਖ ਲਓ ਜਾਂ ਕੁਝ ਵੀ, ਤੇ ਉਹਦੀ ਦੁਰਵਰਤੋਂ ਜਿਹੜੀ ਹੈ ਨਾ, ਐਂਟੀਬਾਇਓਟਿਕ ਦੀ ਦੁਰਵਰਤੋਂ ਕਾਫੀ ਹੁੰਦੀ ਹੈ। ਤੇ ਇੱਥੇ ਵੀ ਅਸੀਂ ਪਹਿਲੀਆਂ 'ਚ ਮਾੜੀ ਮੋਟੀ ਚੈਸਟ ਇਨਫੈਕਸ਼ਨ ਹੋਣੀ ਜਾਂ ਕੰਨਾਂ ਦਾ ਹੋਣਾ, ਜਾਂ ਉਹ ਤੇ ਐਂਟੀਬਾਇਓਟਿਕ ਦੇ ਦਿੰਦੇ ਸੀਗੇ। ਹੁਣ ਅਸੀਂ ਨਹੀਂ ਦਿੰਦੇ ਇਹਨਾਂ ਚੀਜ਼ਾਂ ਵਾਸਤੇ, ਕਿਉਂਕਿ ਇਹਦੇ ਨਾਲ ਐਂਟੀਬਾਇਓਟਿਕ ਦੀ ਆਪਣੀ ਤਾਕਤ ਜਿਹੜੀ ਆ ਉਹ ਘਟੀ ਜਾ ਰਹੀ ਹੈ। ਸੋ ਹੁਣ ਇਹਨਾਂ ਕੰਮਾਂ ਨਹੀਂ ਦਿੰਦੇ। ਹੁਣ ਮੋਰ ਜਦੋਂ ਕੋਈ ਸੀਰੀਅਸ ਬਿਮਾਰੀ ਹੋਵੇ, ਫਰਜ਼ ਕਰ ਲਓ ਨਿਮੋਨੀਆ ਹੋ ਰਿਹਾ ਕਿਸੇ ਨੂੰ, ਜਾਂ ਹੋਰ ਕੋਈ ਐਸੀ ਬਿਮਾਰੀ ਹੈ ਜਿਹੜੀ ਲੱਗਦਾ ਕਿ ਐਂਟੀਬਾਇਓਟਿਕ ਤੋਂ ਬਿਨਾਂ ਇਹਨੇ ਸੂਤ ਨਹੀਂ ਆਉਣਾ ਹੈਗਾ, ਕਾਬੂ 'ਚ ਨਹੀਂ ਆਉਣਾ ਹੈਗਾ, ਤੇ ਜਾਂ ਕਿਸੇ ਹੋਰ ਨੂੰ ਇਹ ਬਿਮਾਰੀ ਲੱਗ ਸਕਦੀ ਆ, ਫਿਰ ਅਸੀਂ ਉੱਥੇ ਐਂਟੀਬਾਇਓਟਿਕ ਦੀ ਵਰਤੋਂ ਵਰਤੋਂ ਕਰਨੀ ਜਾਇਜ਼ ਸਮਝਦੇ ਹੈਗੇ ਹਾਂ। ਸੋ ਜਦੋਂ ਅਸੀਂ ਇਹਨੂੰ ਯੂਜ਼ ਕਰਦੇ ਹਾਂ, ਡੋਜ਼ ਲੈਂਦੇ ਹਾਂ, ਇਹ ਬੈਕਟੀਰੀਆ ਦਾ ਜਿਹੜਾ ਸੈੱਲ ਹੁੰਦਾ ਉਹਨੂੰ ਜਾ ਕੇ ਅਟੈਕ ਕਰਦਾ, ਬੈਕਟੀਰੀਆ ਨੂੰ ਖਤਮ ਕਰ ਦਿੰਦਾ। ਤੇ ਜਿਹੜੀ ਤੁਹਾਡੀ ਆਪਣੇ ਫਿਰ ਬੋਡੀ ਦੇ ਸੈੱਲ ਹੁੰਦੇ ਆ, ਉਹ ਵੀ ਫਿਰ ਮਤਲਬ ਵਧੀਆ ਤਰੀਕੇ ਨਾਲ ਕੰਮ ਕਰਕੇ ਜਿਹੜਾ ਉਹਦੀ ਸਫਾਈ ਕਰ ਦਿੰਦੇ ਆ। ਸੋ ਇਹ ਇਹਨਾਂ ਦਾ ਰੋਲ ਹੈਗਾ ਜੀ। ਤੁਹਾਡਾ ਮਤਲਬ ਹੈ ਕਿ ਬੈਕਟੀਰੀਆ, ਜਿਹੜੇ ਭੈੜੇ ਬੈਕਟੀਰੀਆ ਹੋਣਗੇ ਉਹਨਾਂ ਨੂੰ ਅਟੈਕ ਕਰਦਾ ਹੋਵੇਗਾ, ਬਿਕਾਜ਼ ਕੋਈ ਚੰਗੇ ਬੈਕਟੀਰੀਆ ਵੀ ਹੁੰਦੇ ਹੋਣਗੇ ਸਾਡੇ ਸਰੀਰ ਦੇ ਵਿੱਚ, ਹੈ ਨਾ? ਚੰਗਾ ਹੋਇਆ ਤੁਸੀਂ ਇਹ ਸਵਾਲ ਲੈਣ ਦਾ ਇੱਥੇ, ਕਿਉਂਕਿ ਇੱਕ ਪ੍ਰੋਬਲਮ ਜਿਹੜੀ ਐਂਟੀਬਾਇਓਟਿਕ ਦੇਣ ਨਾਲ ਬਹੁਤ ਜ਼ਿਆਦਾ, ਦੋ ਪ੍ਰੋਬਲਮਾਂ ਮੈਂ ਮੈਂਸ਼ਨ ਕਰਨੀਆਂ ਚਾਹੁੰਦਾ, ਮੈਨੂੰ ਪਤਾ ਟਾਈਮ ਨਿਕਲ ਜਾਣਾ ਬਹੁਤ ਛੇਤੀ। ਉਹ ਆਪਾਂ ਇਸੇ ਕਰਕੇ ਮੈਂ ਇਹ ਟੌਪਿਕ ਰੱਖਿਆ ਕਿ ਇਹ ਦੋ ਪ੍ਰੋਬਲਮ ਆਪਾਂ ਹਾਈਲਾਈਟ ਕਰਨੀਆਂ। ਇੱਕ ਤਾਂ ਇਹ ਪ੍ਰੋਬਲਮ ਹਾਈਲਾਈਟ ਕਰਨੀ ਹੈ ਕਿ ਜਿੰਨਾ ਐਂਟੀਬਾਇਓਟਿਕ ਅਸੀਂ ਜ਼ਿਆਦਾ ਦੇ ਰਹੇ ਹਾਂ, ਉਹਨਾਂ ਦੀ ਤਾਕਤ ਘਟੀ ਜਾਂਦੀ ਹੈ। ਤੇ ਜਿਹੜੇ ਜਰਾਸੀਮ ਹੈ ਆਪਣੇ ਜਿਹੜੇ ਆਪਣੇ ਦੇ ਘਾਤਕ ਜਰਾਸੀਮ ਹੈ ਜਾਂ ਡੇਂਜਰਸ ਜਰਾਸੀਮ ਹੈ, ਉਹ ਰੈਸਿਸਟੈਂਟ, ਅਸੀਂ ਉਹਨੂੰ ਕਹਿੰਦੇ ਹਾਂ, ਰੈਸਿਸਟੈਂਟ ਹੋਈ ਜਾਂਦੇ ਆ। ਰੈਸਿਸਟੈਂਟ ਦਾ ਮੈਨ ਆ ਕਿ ਉਹਨਾਂ ਤੇ ਐਂਟੀਬਾਇਓਟਿਕ ਕੰਮ ਕਰਨੋਂ ਹਟੀ ਜਾਂਦੀ ਆ। ਔਰ ਸਾਨੂੰ ਬਹੁਤ ਸਾਰਾ ਇਹ ਖਦਸ਼ਾ ਆ, ਡਰ ਹੈ ਕਿ ਕਿਸੇ ਵੇਲੇ ਇੱਦਾਂ ਹੋ ਜਾਏ ਕਿ ਸਾਰੀਆਂ ਐਂਟੀਬਾਇਓਟਿਕ ਸ਼ਾਇਦ ਕੰਮ ਕਰਨੋਂ ਹਟੀ ਜਾਣ। ਹਸਪੀਟਲਾਂ ਵਿੱਚ ਤੁਸੀਂ ਸੁਣੋਗੇ MRSA, ਉਹ ਵੀ ਇੱਕ ਬੈਕਟੀਰੀਆ, ਮੈਥਿਸਲਿਨ ਰੈਸਿਸਟੈਂਟ
ਸਟੈਫੀਲੋਕੋਕਸ ਔਰੀਸ, ਉਹ ਇੱਕ ਐਸਾ ਇਨਫੈਕਸ਼ਨ ਹੈਗੀ ਆ ਜਿਹੜੀ ਐਂਟੀਬਾਇਓਟਿਕ ਤੇ ਕਾਬੂ ਨਹੀਂ ਆਉਂਦੀ, ਤੇ ਕਈ 2 3 4 ਦੇ ਕੇ ਵੀ ਫਿਰ ਵੀ ਉਹ ਮਤਲਬ ਆ ਜਾਣੀ ਉਹਦੀ ਇੰਨਾ ਰੈਸਿਸਟੈਂਟ ਹੋ ਗਿਆ ਕਿ ਉਹ ਕਾਬੂ 'ਚ ਨਹੀਂ ਆ ਰਿਹਾ। ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਂਟੀਬਾਇਓਟਿਕ ਨੂੰ ਬੜੇ ਬਹੁਤ ਹੀ ਐਨ ਸੋਚ ਸਮਝ ਕੇ ਵਰਤਿਆ ਜਾਵੇ ਤਾਂ ਕਿ ਇਹ ਜਿਹੜੀ ਪ੍ਰੋਬਲਮ ਹੈ ਇਹ ਘਟ ਜਾਵੇ। ਅੱਛਾ, ਦੂਜੀ ਪ੍ਰੋਬਲਮ ਜੋ ਹੁਣ ਨਵੀਂ ਰਿਸਰਚ ਆ ਰਹੀ ਆ, ਉਹ ਇਹ ਦੱਸਦੀ ਹੈ ਕਿ ਜਦੋਂ ਅਸੀਂ ਐਂਟੀਬਾਇਓਟਿਕ ਲੈਂਦੇ ਹਾਂ, ਐਂਟੀਬਾਇਓਟਿਕ ਨੂੰ ਇਹ ਨਹੀਂ ਪਤਾ ਕਿ ਆ ਗੁੱਡ ਬੈਕਟੀਰੀਆ ਕਿ ਬੈਡ ਬੈਕਟੀਰੀਆ, ਉਹਦੇ ਲਈ ਤੇ ਸਾਰੇ ਇੱਕੋ ਹੀ ਹੈ, ਜਰਾਸੀਮ ਸਾਰੇ ਇੱਕੋ ਹੀ ਹੈ ਉਹਦੇ। ਸੋ ਜਦੋਂ ਅਸੀਂ ਲੈਂਦੇ ਹਾਂ ਤੇ ਉਹ ਬੈਡ ਬੈਕਟੀਰੀਆ ਜਿਹੜੇ ਸਾਨੂੰ ਇਨਫੈਕਸ਼ਨ ਲੱਗੀ ਹੁੰਦੀ ਆ ਉਹਦੇ ਲਈ ਤਾਂ ਕੰਮ ਕਰਨਗੀਆਂ, ਪਰ ਜਿਹੜੇ ਸਾਡੇ ਪਿਛਲੇ ਹਫਤੇ ਆਪਾਂ ਗੱਲ ਕੀਤੀ ਸੀਗੀ ਕਿ ਆਂਦਰਾਂ ਦੇ ਵਿੱਚ ਜਿਹੜੇ ਆਪਣੇ ਦੋਸਤ ਬੈਕਟੀਰੀਆ, ਫਰੈਂਡਲੀ ਬੈਕਟੀਰੀਆ, ਉਹ ਉਹਨਾਂ ਨੂੰ ਵੀ ਮਾਰ ਦਿੰਦੇ ਨੇ। ਸੋ ਉਹਨਾਂ ਦੇ ਮਾਰਨ ਕਰਕੇ ਫਿਰ ਸਾਨੂੰ ਕਈ ਹੋਰ ਬਿਮਾਰੀਆਂ ਲੱਗਦੀਆਂ, ਕਿਉਂਕਿ ਸਾਡੀ ਜਿਹੜੀ ਸਾਡੀ ਸਰੀਰ ਆ ਉਹਦਾ ਤੇ ਜਿਹੜੇ ਫਰੈਂਡਲੀ ਬੈਕਟੀਰੀਆ ਹੈਗੇ ਨੇ ਸਾਡੀ ਆਂਦਰਾਂ, ਉਹਨਾਂ ਦਾ ਬਹੁਤ ਗੂੜਾ ਸੰਬੰਧ ਆ, ਉਹ ਇੱਕ ਦੇ ਨਾਲ ਉਹਦੇ ਨਾਲ ਸਰੀਰ ਜਿਹੜਾ ਠੀਕ ਰਹਿੰਦਾ ਸੀ। ਇਸ ਕਰਕੇ ਇਹ ਵੀ ਇੱਕ ਪ੍ਰੋਬਲਮ ਪੈਂਦੀ ਆ ਕਿ ਜਿੰਨਾ ਅਸੀਂ ਜ਼ਿਆਦਾ ਐਂਟੀਬਾਇਓਟਿਕ ਲਵਾਂਗੇ ਤੇ ਉਹਨਾਂ ਉਹ ਜਿਹੜੇ ਦੋਸਤ ਬੈਕਟੀਰੀਆ, ਸਾਡੇ ਫਰੈਂਡਲੀ ਬੈਕਟੀਰੀਆ, ਉਹਨਾਂ ਤੇ ਵੀ ਅਸਰ ਪੈਂਦਾ। ਸੋ ਸਾਨੂੰ ਇਹਦੇ ਬਾਰੇ ਇੰਨਾ ਕੁ ਸੁਚੇਤ ਹੋਣ ਦੀ ਲੋੜ ਹੈ ਕਿ ਬਈ ਹਰ ਇੱਕ ਚੀਜ਼ ਦੀ ਐਂਟੀਬਾਇਓਟਿਕ ਦੀ ਲੋੜ ਨਹੀਂ ਹੁੰਦੀ ਹੈਗੀ, ਬਾਡੀ ਨੇ ਬਹੁਤ ਸਾਰਾ ਆਪਣੇ ਆਪ ਵੀ ਠੀਕ ਕਰ ਦੇਣਾ ਹੁੰਦਾ। ਸੋ ਜਸਟ ਟੇਕ ਕੇਅਰ, ਬਸ ਇੰਨਾ ਕੁ ਮੈਸੇਜ ਹੈ। ਤੇ ਆਪਾਂ ਹੁਣ ਇਹ ਸੋਚਦੇ ਜਦੋਂ ਆਪਾਂ ਨੂੰ ਡਾਕਟਰ ਨੇ ਪ੍ਰਸਕ੍ਰਾਈਬ ਕਰਤੇ, ਅਸੀਂ ਜਾ ਕੇ ਕੈਮਿਸਟ ਤੋਂ ਲੈਣ ਦੇ, ਫਿਰ ਉਹਨਾਂ ਨੂੰ ਲੈਣ ਦਾ ਤਰੀਕਾ ਕੀ ਹੋਣਾ ਚਾਹੀਦਾ, ਲੈਣ ਦੀ ਵਿਧੀ, ਕਿਹੜੇ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਲੈਂਦੇ ਸਮੇਂ? ਹਾਂਜੀ, ਉੱਥੇ ਇੱਕ ਤਾਂ ਇਹ ਆ ਕਿ ਵੀ ਤੁਹਾਨੂੰ ਡੋਜ਼ ਲਿਖਿਆ ਹੋਣਾ ਤੇ ਤੁਸੀਂ ਉਹ ਡੋਜ਼ ਜਿਹੜਾ ਸਕੈਜੂਲ ਹੈ ਉਹਨੂੰ ਫਾਲੋ ਕਰਨਾ। ਤੁਸੀਂ ਦੇਖਿਆ ਕਿ ਇਹ ਗੋਲੀਆਂ 'ਚ ਵੀ ਹੁੰਦਾ ਤੇ ਕੈਪਸੂਲ ਵੀ ਹੁੰਦੇ ਆ, ਦਵਾਈ ਵੀ ਹੁੰਦੀ ਆ, ਵਾਟ ਐਵਰ ਸਿਸਟਮ ਫਾਰਮੂਲੇਸ਼ਨ ਤੁਹਾਨੂੰ ਮਿਲੀ ਹੈਗੀ ਆ। ਜੇ ਤੁਸੀਂ ਕੋਈ ਡੋਜ਼ ਮਿਸ ਕਰ ਦਿੱਤਾ ਤੇ ਫਿਰ ਆਮ ਤੌਰ ਤੇ ਬਹੁਤਾ ਫਰਕ ਨਹੀਂ ਪੈਂਦਾ, ਪਰ ਤੁਸੀਂ ਮਤਲਬ ਜੇ ਤੁਸੀਂ ਇੰਨਾ ਮਿਸ ਕਰਤਾ ਕਿ ਗਾਹਾਂ ਦਾ ਡੋਜ਼ ਨੇੜੇ ਆ ਗਿਆ, ਤਾਂ ਫਿਰ ਤੁਸੀਂ ਉਹ ਸਕਿਪ ਜਿਹੜਾ ਮਿਸ ਕਰਤਾ ਉਹਨੂੰ ਮਿਸ ਕਰ ਰੱਖੋ, ਗਾਹਾਂ ਦਾ ਡੋਜ਼ ਲੈ ਲਓ। ਤੇ ਕਈ ਵਾਰ ਡੋਜ਼ ਐਕਸੀਡੈਂਟਲੀ ਵਾਧੂ ਲੈ ਹੋ ਜਾਂਦਾ। ਜੇ ਇਸ ਤਰ੍ਹਾਂ ਹੋ ਜਾਏ ਤਾਂ ਕੋਈ ਬਹੁਤੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਸਾਈਡ ਇਫੈਕਟ ਭਾਵੇਂ ਹੋ ਸਕਦੇ ਆ। ਤੇ ਜੇ ਤੁਹਾਨੂੰ ਇਸ ਤਰ੍ਹਾਂ ਹੋ ਗਿਆ ਤੇ ਤੁਸੀਂ ਥੋੜ੍ਹਾ ਮਹਿਸੂਸ ਕਰਦੇ ਆ, ਡਰਦੇ ਆ, ਤਾਂ ਫਿਰ ਕਿਸੇ ਫਾਰਮਾਸਿਸਟ ਨੂੰ ਪੁੱਛ ਸਕਦੇ ਆ ਤੇ ਉਹ ਤੁਹਾਨੂੰ ਦੱਸ ਸਕਦਾ ਕਿ ਇਹਦੀ ਕੋਈ ਕੀ ਪ੍ਰੋਬਲਮ ਪਊਗੀ ਕਿ ਨਹੀਂ ਪਊਗੀ। ਸੋ ਮੇਰਾ ਮਤਲਬ, ਹਾਂਜੀ ਕੈਰੀ ਔਨ। ਇੱਕ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਹਰ ਇੱਕ ਨੂੰ ਐਂਟੀਬਾਇਓਟਿਕ ਜਿਹੜੀ ਆ ਉਹ ਕੋਈ ਐਂਟੀਬਾਇਓਟਿਕ ਕਿਸੇ ਨੂੰ ਨਹੀਂ ਸੂਤ ਪੈਂਦੀ। ਫਰਜ਼ ਕਰ ਲਓ ਜੇ ਤੁਸੀਂ ਗਰਭਵਤੀ ਹੈਗੇ ਹੋ, ਬੱਚੇ ਨਾਲ ਹੋ, ਤੇ ਕਈ ਐਂਟੀਬਾਇਓਟਿਕ ਤੁਹਾਨੂੰ ਨਹੀਂ ਦੇਣੀਆਂ ਚਾਹੀਦੀਆਂ। ਸੋ ਤੁਸੀਂ ਆਪਣੇ ਡਾਕਟਰ ਨੂੰ ਜ਼ਰੂਰ ਦੱਸੋ ਕਿ ਵੀ ਮੈਂ ਇਸ ਤਰ੍ਹਾਂ ਹੈਗਾ, ਪ੍ਰੈਗਨੈਂਟ ਹੈਗੀ ਹਾਂ, ਤੇ ਮੈਨੂੰ ਉਹ ਫਿਰ ਉਸ ਹਿਸਾਬ ਨਾਲ ਐਂਟੀਬਾਇਓਟਿਕ ਦਿੱਤੀ। ਇਸੇ ਤਰ੍ਹਾਂ ਜੇ ਤੁਸੀਂ ਬ੍ਰੈਸਟ ਫੀਡ ਕਰ ਰਹੇ ਆ, ਦੁੱਧ ਚੁਗਾ ਰਹੇ ਆ ਬੱਚੇ ਨੂੰ, ਫਿਰ ਵੀ ਦੱਸਣਾ ਬਣਦਾ। ਕਈ ਵਾਰ ਦੂਜੀਆਂ ਦਵਾਈਆਂ ਦੇ ਨਾਲ ਉਹਦਾ ਥੋੜ੍ਹਾ ਜਿਹਾ ਇੰਟਰੈਕਸ਼ਨ ਵੀ ਹੋ ਜਾਂਦਾ ਆ, ਉਹ ਵੀ ਪਤਾ ਹੋਣਾ ਚਾਹੀਦਾ ਕਿ ਕਿਹੜੀ ਦਵਾਈ ਤੁਸੀਂ ਖਾ ਰਹੇ ਹੋ। ਹਾਂਜੀ, ਹਾਂ। ਸੋ ਇਸ ਦਾ ਮਤਲਬ ਤੁਸੀਂ ਕਿਹਾ ਕਿ ਦੇਖੋ ਆਪਣੀ ਜਿਹੜੀ ਸਰੀਰਾਂ ਦੀ ਬਣਤਰ ਹੈਗੀ ਆ, ਸਰੀਰਾਂ ਦੀ ਬਣਤਰ ਦੇ ਮੁਤਾਬਕ ਵੀ ਡਾਕਟਰ ਤੁਹਾਨੂੰ ਚੈੱਕ ਕਰਕੇ ਜੋ ਦਵਾਈ ਦਿੰਦੇ ਆ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਸਾਨੂੰ ਜਦੋਂ ਮਿਸ ਹੁੰਦੀ ਆ ਦਵਾਈ ਤੇ ਉਹਦੇ ਬਾਰੇ ਕੀ ਪ੍ਰੀਕਾਸ਼ਨ ਲੈਣੇ ਚਾਹੀਦੇ ਆ। ਤੇ ਪਹਿਲੀ ਗੱਲ ਤਾਂ ਮਿਸ ਨਹੀਂ ਹੋਣੀ ਚਾਹੀਦੀ, ਕਿਉਂਕਿ ਤੁਹਾਡੀ ਸਿਹਤ ਦਾ ਸੰਬੰਧ ਹੈ ਇਹਦੇ ਨਾਲ, ਤੁਹਾਡੀ ਜਾਨ ਦੇ ਬਚਾਅ ਵਾਸਤੇ ਡਾਕਟਰ ਸਾਹਿਬ ਇਹ ਕਰਦੇ ਆ। ਬਾਕੀ ਜਿਹੜੀਆਂ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਬਹੁਤਾ ਪਰਹੇਜ਼ ਰੱਖਣ ਦੀ ਲੋੜ ਹੈਗੀ ਆ। ਤੇ ਡਾਕਟਰ ਸਾਹਿਬ ਤੁਸੀਂ ਕੋਈ ਹੋਰ ਵੀ ਗੱਲ ਐਡ ਕਰ ਸਕਦੇ, ਪਰ ਨਾਲ ਦੀ ਨਾਲ ਮੈਂ ਹੁਣ ਆਵਾਂਗਾ ਕਿ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਹੜੇ ਸੰਭਾਵੀ ਖਤਰੇ ਹੁੰਦੇ ਆ, ਜਿਹੜੇ ਸਾਈਡ ਇਫੈਕਟ ਹੁੰਦੇ ਆ ਜਾਂ ਸੀਰੀਅਸ ਸਾਈਡ ਇਫੈਕਟ ਹੁੰਦੇ ਆ, ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ, ਤੇ ਜਾਂ ਸਾਡੇ ਲੋਕਾਂ ਨੂੰ ਕਿਵੇਂ ਸੁਚੇਤ ਹੋਣਾ ਚਾਹੀਦਾ ਉਹਨਾਂ ਬਾਰੇ? ਹਾਂਜੀ, ਦੇਖੋ ਜੀ, ਐਂਟੀਬਾਇਓਟਿਕ ਜਦੋਂ ਦੀਆਂ ਬਣੀਆਂ ਨੇ, ਇਹ ਲੱਖਾਂ ਕਰੋੜਾਂ ਅਰਬਾਂ ਖਰਬਾਂ ਪ੍ਰਿਸਕ੍ਰਿਪਸ਼ਨ ਇਹਨਾਂ ਨੇ ਲਿਖ ਹੋ ਚੁੱਕੀਆਂ ਤੇ ਲੋਕਾਂ ਨੇ ਖਾਧੀਆਂ ਨੇ। ਸੋ ਜ਼ਾਹਿਰ ਹੈ ਕਿ ਇਹਨਾਂ ਦੇ ਸਾਈਡ ਇਫੈਕਟ ਹੈਗੇ ਨੇ, ਕਿਸੇ ਨੂੰ ਜ਼ਿਆਦਾ ਹੋਣਗੇ, ਕਿਸੇ ਨੂੰ ਥੋੜ੍ਹੇ, ਲੇਕਿਨ ਇਹਨੇ ਸੋ ਜਿਹੜੇ ਆਪਾਂ ਮਤਲਬ ਕੁਛ ਸਾਈਡ ਇਫੈਕਟ ਜਿਹੜੇ ਕੁਆਇਟ ਕਾਮਨ ਮਿਲ ਜਾਂਦੇ ਆ, ਜਿੱਦਾਂ ਤੁਹਾਨੂੰ ਦਿਲ ਕੱਚਾ ਹੋਣਾ, ਜਾਂ ਉਲਟੀਆਂ ਲੱਗ ਜਾਣੀਆਂ, ਜਾਂ ਬਲੋਟਿੰਗ ਹੋਣਾ, ਹਵਾ ਭਰ ਜਾਣੀ, ਇੰਡੀਜੈਸਸ਼ਨ ਹੋ ਜਾਣੀ, ਜਾਂ ਡਾਇਰੀਆ ਵੀ ਹੋ ਸਕਦਾ, ਟੋਲਟਾਂ ਵੀ ਲੱਗ ਸਕਦੀਆਂ। ਸੋ ਜੇ ਤੁਹਾਨੂੰ ਇਸ ਤਰ੍ਹਾਂ ਹੈ ਤੇ ਆਪਣੇ ਡਾਕਟਰ ਨਾਲ ਗੱਲ ਜ਼ਰੂਰ ਕਰੋ ਕਿ ਮੈਨੂੰ ਆਹ ਸਾਈਡ ਇਫੈਕਟ ਹੋ ਰਹੇ ਆ,
ਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ? ਉਹ ਕਈ ਵਾਰ ਬਦਲ ਦੇਈਦੀਆਂ ਹੁੰਦੀਆਂ। ਕੁਝ ਮੈਂ ਇੱਕ ਜਿਹੜੇ ਬਹੁਤ ਰੇਅਰ ਸਾਈਡ ਇਫੈਕਟ ਹੈ ਲੇਕਿਨ ਹੈ ਬਹੁਤ ਸੀਰੀਅਸ, ਉਹਨਾਂ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਉਣਾ ਚਾਹੁੰਦਾ ਹੈਗਾ। ਤੇ ਉਹਨਾਂ ਨੂੰ ਅਸੀਂ ਵੈਸੇ ਐਨਾਫਲੈਕਸਿਸ ਕਹਿੰਦੇ ਹਾਂ। ਸੀਰੀਅਸ ਸਾਈਡ ਇਫੈਕਟ ਕਿਸੇ ਕਿਸੇ ਬੰਦੇ ਨੂੰ, ਜਿਵੇਂ ਜੇ ਤੁਸੀਂ ਕਿਸੇ ਨੂੰ ਪੈਨੀਸਿਲਿਨ ਦੀ ਐਲਰਜੀ ਹੋ ਜਾਂਦੀ ਹੈ ਨਾ, ਤੇ ਉਹ ਸੱਚਮੁੱਚ ਹੀ ਐਲਰਜੀ, ਉਹਨਾਂ ਨੂੰ ਪੈਨੀਸਿਲਿਨ ਤੋਂ ਐਲਰਜੀ ਹੈਗੀ ਆ। ਉਹਦੇ ਨਾਲ ਜਿੱਦਾਂ ਵੀਜ਼ਿੰਗ ਹੋਣੀ, ਟਾਈਟ ਚੈਸਟ ਹੋਣੀ, ਜਾਂ ਗਲਾ ਟਾਈਟ ਹੋਣਾ, ਜਾਂ ਤੁਹਾਡੇ ਬੁੱਲ ਜਾਂ ਜੀਭ ਜਾਂ ਥਰੋਟ ਉਹਦੇ ਵਿੱਚ ਸੋਜ ਪੈ ਜਾਣੀ, ਸੁੱਜ ਜਾਣਾ, ਇਹ ਸੀਰੀਅਸ ਸਾਈਡ ਇਫੈਕਟ ਨੇ। ਐਨਾਫਲੈਕਸਿਸ ਹੁੰਦੀ ਹੈ, ਇਹਨੂੰ ਅਸੀਂ ਕਹਿੰਦੇ ਹਾਂ। ਜਾਂ ਕਿਸੇ ਦੇ ਰੈਸ਼ ਹੋ ਜਾਣੀ ਇੱਕਦਮ। ਜੇ ਇਸ ਤਰ੍ਹਾਂ ਕਰਨਾ ਹੁੰਦਾ ਤੇ ਇਹ ਐਡਵਾਈਸ ਕੀਤਾ ਜਾਂਦਾ ਕਿ 999 ਨੂੰ ਟੈਲੀਫੋਨ ਕਰੋ। ਯਾਨੀ ਇਹ ਐਮਰਜੈਂਸੀ ਹੁੰਦੀ ਆ, ਤੇ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ। ਇਹ ਨਹੀਂ ਕਿ ਹਰ ਇੱਕ ਨੂੰ ਬਹੁਤ ਹੋ ਜਾਂਦੀ ਹੈ, ਲੇਕਿਨ ਜੇ ਹੁੰਦੀ ਹੈ ਤੁਹਾਨੂੰ, ਤਾਂ ਤੁਸੀਂ ਸਿੱਧਾ ਕਿਸੇ ਨੂੰ ਹੋਰ ਨਹੀਂ ਕਰਨਾ, 999 ਨੂੰ ਬੁਲਾਉਣਾ। ਕਿਉਂਕਿ ਇਹਦੇ ਵਿੱਚ ਫਿਰ ਕਈ ਵਾਰ ਐਡਰੇਨਾਲਿਨ ਦੇਣੀ ਪੈਂਦੀ ਹੈ, ਜਾਂ ਹਿਸਟਾਮਿਨ ਐਂਟੀ ਹਿਸਟਾਮਿਨ ਦੇਣੀ ਪੈਂਦੀ ਹੈ। ਹਾਂਜੀ। ਤੁਸੀਂ ਡਾਕਟਰ ਸਾਹਿਬ ਮੇਰੇ ਖਿਆਲ ਹੈ ਰੈਜ਼ਿਸਟੈਂਸ ਬਾਰੇ ਤਾਂ ਜਿਹੜੇ ਆਪਣੇ ਫਰੈਂਡਲੀ ਬੈਕਟੀਰੀਆ ਹੈਗੇ ਉਹਨਾਂ ਦੇ ਉੱਤੇ ਅਸਰ ਬਾਰੇ ਤਾਂ ਤੁਸੀਂ ਦੱਸ ਹੀ ਦਿੱਤਾ ਹੈਗਾ ਕਿ ਇਹ ਜਿਹੜੀ ਜੀ ਜੀ ਐਂਟੀਬਾਇਓਟਿਕ ਹੈਗੀ, ਦਵਾਈ ਹੈਗੀ ਆ, ਉਹ ਇਹ ਨਹੀਂ ਦੇਖਦੀ ਕਿ ਫਰੈਂਡਲੀ ਆ ਜਾਂ ਇਹ ਜਿਹੜਾ ਸਾਡਾ ਦੁਸ਼ਮਣ ਬੈਕਟੀਰੀਆ ਹੈ, ਦੋਹਾਂ ਨੂੰ ਉਹ ਅਫੈਕਟ ਕਰਦੀ ਆ। ਤੇ ਤੁਸੀਂ ਬਿਲਕੁਲ। ਤੁਹਾਡੇ ਤਜਰਬੇ ਦੇ ਮੁਤਾਬਕ ਸਾਡੇ ਲੋਕਾਂ ਦੇ, ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਐਂਟੀਬਾਇਓਟਿਕਸ ਦੇ ਬਾਰੇ ਆਮ ਧਾਰਨਾ ਕੀ ਹੈਗੀ ਹੈ ਲੋਕਾਂ ਦੀ? ਉਹ ਕਿੰਨੇ ਸੁਚੇਤ ਹੈਗੇ ਆ? ਜਦ ਤੁਸੀਂ ਅਲਰਜੀ ਦੀ ਗੱਲ ਕੀਤੀ ਆ, ਕੀ ਲੋਕਾਂ ਨੂੰ ਇਹ ਪਤਾ ਹੁੰਦਾ ਕਿ ਮੈਂ ਕਿਸ ਚੀਜ਼ ਤੋਂ ਅਲਰਜਿਕ ਹੈਗਾ ਆ, ਜਾਂ ਹੋਰ ਕਿਹੜੀ ਚੀਜ਼ ਦਾ ਖਿਆਲ ਰੱਖਣ ਦੀ ਜ਼ਿਆਦਾ ਲੋੜ ਹੈਗੀ ਡਾਕਟਰ ਸਾਹਿਬ? ਜਿੱਥੋਂ ਤਾਈਂ ਐਂਟੀਬਾਇਓਟਿਕ ਐਲਰਜੀ ਦਾ ਸੰਬੰਧ ਹੈ ਨਾ ਜੀ, ਆਪਣੇ ਸ਼ਿੰਦਰਪਾਲ ਜੀ, ਉਹ ਕਿਸੇ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਕਿ ਮੈਂ ਫਲਾਨੀ ਚੀਜ਼ ਐਂਟੀਬਾਇਓਟਿਕ ਨੂੰ ਐਲਰਜੀਕ ਹੈ, ਨਹੀਂ ਪਤਾ ਹੁੰਦਾ। ਲੇਕਿਨ ਜਦੋਂ ਦੇਈਦੀ ਹੈ ਤੇ ਤੁਹਾਨੂੰ ਫਸਟ ਟਾਈਮ ਪਹਿਲੀ ਵਾਰ ਦਿੰਦੇ ਆ ਤੇ ਤੁਹਾਨੂੰ ਕੁਛ ਨਾ ਕੁਛ ਪਤਾ ਲੱਗਦਾ। ਉੱਥੋਂ ਫਿਰ ਅਸੀਂ ਜੱਜਮੈਂਟ ਕਰਕੇ ਇਹ ਫਿਰ ਅਸੀਂ ਡਾਇਗਨੋਸ ਕਰ ਲੈਂਦਾ ਕਿ ਇਸ ਬੰਦੇ ਨੂੰ ਇਸ ਚੀਜ਼ ਦੀ ਐਲਰਜੀ ਹੈਗੀ ਹੈ। ਉਹਦਾ ਅਸੀਂ ਨੋਟ ਕਰ ਲਈਦਾ, ਆਪਣੇ ਡਾਕਟਰਾਂ ਦੇ ਜਿਹੜੇ ਨੋਟ ਹੁੰਦੇ ਨੇ ਉਹਦੇ ਵਿੱਚ ਲਿਖ ਲਈਦਾ ਕਿ ਇਹਨੂੰ ਪੈਨੀਸਿਲਿਨ ਦੀ ਐਲਰਜੀ ਹੈ, ਜਾਂ ਕਿਸੇ ਹੋਰ ਐਂਟੀਬਾਇਓਟਿਕ ਜਾਂ ਕਿਸੇ ਵੀ ਦਵਾਈ ਦੀ ਟਰੂ ਐਲਰਜੀ ਹੈ। ਵੀ ਸਾਈਡ ਇਫੈਕਟ ਮਾੜੇ ਮੋਟੇ ਹੋਣ ਦਾ ਨਾ ਹੋਵੇ। ਜਿਹੜੀ ਸੱਚਮੁੱਚ ਐਲਰਜੀ ਹੈ, ਫਿਰ ਅਸੀਂ ਉਹ ਦਵਾਈ ਉਸ ਮਰੀਜ਼ ਨੂੰ ਦੇਈ ਦੀ ਨਹੀਂ, ਤੇ ਮਰੀਜ਼ ਨੂੰ ਵੀ ਦੱਸ ਦੇਈਦਾ ਕਿ ਤੁਹਾਨੂੰ ਆਹ ਐਲਰਜੀ ਹੈਗੀ ਆ, ਤੇ ਤੁਸੀਂ ਜਦੋਂ ਕਿਸੇ ਡਾਕਟਰ ਨੇ ਤੁਹਾਨੂੰ ਦਵਾਈ ਦੇਣੀ ਹੈ ਤੇ ਪਲੀਜ਼ ਉਹਨਾਂ ਨੂੰ ਦੱਸੋ ਕਿ ਸਾਨੂੰ ਇਸ ਚੀਜ਼ ਦੀ ਐਲਰਜੀ ਹੈਗੀ ਆ, ਤਾਂ ਕਿ ਉਹ ਨਾ ਦਿੱਤੀ ਜਾਵੇ। ਸੋ ਇਸ ਤਰ੍ਹਾਂ ਚੱਲਦਾ ਹੈ ਕੰਮ। ਬਾਕੀ ਤੁਸੀਂ ਜਿੱਦਾਂ ਇੱਥੇ, ਕਿਉਂਕਿ ਕਾਫੀ ਜਿਹੜਾ ਤੁਹਾਡਾ ਦਵਾਈਆਂ ਦੇਣ ਦਾ ਬੜਾ ਕੰਮ ਸਟ੍ਰਿਕਟ ਹੈਗਾ, ਤੁਸੀਂ ਅਲਰਜੀ ਦੀ ਗੱਲ ਕੀਤੀ ਹੈ, ਮੇਰੇ ਖਿਆਲ ਤੁਹਾਡੇ ਉਹ ਸਾਰਾ ਸਿਸਟਮ ਦੇ ਉੱਤੇ ਰਿਕਾਰਡ ਕੀਤਾ ਹੀ ਹੁੰਦਾ ਹੈ। ਭਾਵੇਂ ਤੁਸੀਂ ਕਿਸੇ ਡਾਕਟਰ ਨੂੰ ਮਿਲਦੇ ਆ, ਉਹ ਤੁਹਾਡੇ ਸਾਰੇ ਜਿਹੜੇ ਨੋਟਸ ਪੜ੍ਹ ਕੇ ਤੁਹਾਨੂੰ ਦੱਸ ਦਿੰਦੇ ਆ ਤੁਹਾਨੂੰ ਬਿਲਕੁਲ ਇਸ ਚੀਜ਼ ਦੀ ਸਮੱਸਿਆ ਹੈਗੀ ਆ। ਬਾਕੀ ਦਵਾਈਆਂ ਉੱਤੇ ਲੇਬਲ ਉੱਤੇ ਲਿਖਿਆ ਹੁੰਦਾ ਵੀ ਇਹਦੇ ਛੋਟੇ ਮੋਟੇ ਜਿਹੜੇ ਸਾਈਡ ਇਫੈਕਟ ਹੋ ਸਕਦੇ ਹੈਗੇ ਆ। ਅਖੀਰ ਦਾ ਵੀ ਡਾਕਟਰ ਸਾਹਿਬ ਤੁਸੀਂ ਹੋਰ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਜਾਂ ਇਹਨਾਂ ਦੀ ਲੈਣ ਦੀ ਲੋੜ ਬਾਰੇ ਕੀ ਕਹਿਣਾ ਚਾਹੁੰਦੇ ਆ, ਜਾਂ ਇਹਨਾਂ ਤੋਂ ਬਚਣ ਵਾਸਤੇ ਕੀ ਕਹਿਣਾ ਚਾਹੁੰਦੇ ਆ? ਦੇਖੋ, ਐਂਟੀਬਾਇਓਟਿਕ ਆਪਾਂ ਨੂੰ ਲੋੜ ਤਾਂ ਹੀ ਪੈਂਦੀ ਹੈ ਜੇ ਸਾਨੂੰ ਕੋਈ ਇਨਫੈਕਸ਼ਨ, ਕੋਈ ਛੂਤ ਛਾਤ ਦੀ ਬਿਮਾਰੀ ਲੱਗਦੀ ਆ, ਕੋਈ ਲਾਗਤ ਲੱਗਦੀ ਹੈ ਕਿਤੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਨੂੰ ਇਹੋ ਜਿਹੇ ਨਾ ਲੱਗੇ, ਤੁਸੀਂ ਅਵੋਇਡ ਕਰੋ ਜਿਹੜੀ ਹਾਲਾਤ ਤੁਹਾਨੂੰ ਇਹ ਬਿਮਾਰੀ ਲੱਗਣ ਦੀ ਜ਼ਿਆਦਾ ਚਾਂਸ। ਦੂਜਾ, ਤੁਹਾਡੀ ਆਪਣੀ ਬੋਡੀ ਜਿਹੜੀ ਹੈ ਉਹ ਆਪਣੇ ਆਪ ਨੂੰ ਮਤਲਬ ਠੀਕ ਰੱਖਣ ਲਈ ਸਭ ਕੁਝ ਕਰ ਸਕਦੀ ਹੈ। ਤੇ ਤੁਸੀਂ ਆਪਣਾ ਨਿਊਟ੍ਰੀਸ਼ਨ ਜਿਹੜੀ ਹੈ ਉਹਦੇ ਬਾਰੇ ਧਿਆਨ ਦੇਣਾ ਬਹੁਤ ਲਾਜ਼ਮੀ ਹੈਗਾ। ਨਿਊਟ੍ਰੀਸ਼ਨ ਆਪਾਂ ਨਿਊਟ੍ਰੀਸ਼ਨ ਬਾਰੇ ਗੱਲ ਕਰਦੇ ਵੀ ਰਹਿੰਦੇ ਹਾਂ ਤੇ ਗਾਹਾਂ ਵੀ ਕਰਾਂਗੇ, ਕਿਉਂਕਿ ਉਹਦਾ ਅਸਰ ਤੁਹਾਡੀ ਬੋਡੀ ਤੇ, ਤੁਹਾਡੀ ਇਮਿਊਨ ਸਿਸਟਮ ਤੇ ਪੈਂਦਾ ਹੈਗਾ। ਤੀਜਾ ਇਹ ਹੈ ਕਿ ਜੋ ਵੀ ਹੋ, ਜੋ ਤੁਸੀਂ ਜਿਹੜਾ ਤੁਹਾਡਾ ਸਲੀਪਿੰਗ ਪੈਟਰਨ ਹੈਗਾ, ਸੌਣ ਦਾ ਐਨ ਠੀਕ ਰੱਖਣਾ ਚਾਹੀਦਾ। ਉਹਦੇ 'ਚ ਗੜਬੜ ਬਹੁਤੀ ਨਹੀਂ ਹੋਣ ਦੇਣੀ ਚਾਹੀਦੀ, ਕਿਉਂਕਿ ਉਹਦੇ ਨਾਲ ਵੀ ਆਪਣੀ ਸਾਰੀ ਜਿਸਮ ਤੇ ਅਸਰ ਪੈਂਦਾ ਹੈਗਾ। ਤੇ ਨਾਲ ਹੀ ਨਾਲ ਜਿਹੜੀ ਆਪਾਂ ਐਕਸਰਸਾਈਜ਼ ਦੀ 2-4 ਹਫ਼ਤੇ ਪਹਿਲਾਂ ਗੱਲ ਕੀਤੀ ਸੀ, ਬੜਾ ਜ਼ਰੂਰੀ ਹੈ ਸਾਡੇ ਲਈ, ਸਾਡੇ ਸਰੀਰ ਲਈ, ਕਿ ਐਕਸਰਸਾਈਜ਼ ਜਿਹੜੀ ਹੈ ਉਹ ਪੂਰੀ ਰੱਖਣੀ। ਤੇ ਜਿਹੜੀਆਂ ਚੀਜ਼ਾਂ ਨਾਲ ਸਾਨੂੰ ਹਾਨੀ ਹੁੰਦੀ ਆ, ਸਿਗਰਟਾਂ ਹੈਗੀਆਂ, ਸ਼ਰਾਬ ਹੈਗੀ ਆ, ਜਾਂ ਇਹੋ ਜਿਹੀਆਂ ਚੀਜ਼ਾਂ, ਤੇ ਉਹ ਆਪਾਂ ਨੂੰ ਥੋੜ੍ਹਾ ਜਿਹਾ ਘੱਟ ਕਰ ਲੈਣਾ ਚਾਹੀਦਾ।
ਤੇ ਬਾਕੀ ਜੋ ਤੁਹਾਨੂੰ ਐਂਟੀਬਾਇਓਟਿਕ ਦਿੱਤੀ ਜਾਂਦੀ ਹੈ ਉਹਦਾ ਪੂਰਾ ਜਿਹੜਾ ਕੋਰਸ ਹੈਗਾ ਉਹ ਪੂਰਾ ਕਰ ਲਓ ਤੇ ਕੋਸ਼ਿਸ਼ ਕਰੋ ਐਂਟੀਬਾਇਓਟਿਕ ਦੇ ਨਾਲ ਨਾਲ ਸ਼ਰਾਬ ਨਾ ਪੀਤੀ ਜਾਵੇ ਤਾਂ ਕਿ ਕਿਉਂਕਿ ਉਹਦੇ ਵੀ ਥੋੜਾ ਬਹੁਤਾ ਇੰਟਰੈਕਸ਼ਨ ਹੋ ਜਾਂਦਾ ਹੁੰਦਾ ਤੇ ਕਈਆਂ ਐਂਟੀਬਾਇਓਟਿਕ 'ਚ ਲਿਖਿਆ ਹੁੰਦਾ ਕਿ ਖਾਣੇ ਦੇ ਨਾਲ ਖਾਓ, ਕਈਆਂ ਦੀ ਲਿਖਿਆ ਹੁੰਦਾ ਖਾਣੇ ਤੋਂ ਬਾਅਦ ਖਾਓ। ਸੋ ਇਹ ਵੀ ਪੜ੍ਹ ਲੈਣਾ ਚਾਹੀਦਾ ਆਪਾਂ ਨੂੰ ਕਿ ਜੇ ਨਹੀਂ ਤੁਹਾਨੂੰ ਸਮਝ ਆ ਰਹੀ ਤੇ ਤੁਹਾਡੇ ਫਾਰਮਸਿਸਟ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰ ਦੇਣਗੇ। ਫਾਰਮਸਿਸਟ ਕੋਲ ਬਹੁਤ ਨੌਲੇਜ ਹੁੰਦਾ ਦਵਾਈਆਂ ਦਾ ਵੀ, ਬਿਮਾਰੀਆਂ ਦਾ ਵੀ, ਤੇ ਉਹਨਾਂ ਦਾ ਤੁਹਾਡੇ ਨਾਲ ਇੱਕ ਰਿਲੇਸ਼ਨਸ਼ਿਪ ਵੀ ਬਣਿਆ ਹੋਇਆ ਹੁੰਦਾ ਕਿ ਤੁਸੀਂ ਮੁੜ ਮੁੜ ਉਸੇ ਜਗ੍ਹਾ ਜਾਂਦੇ ਹੋ। ਸੋ ਉਹਨਾਂ ਦੀ ਐਡਵਾਈਸ ਲੈਣੀ ਬਹੁਤ ਜ਼ਰੂਰੀ ਹੈ। ਠੀਕ ਹੈ ਡਾਕਟਰ ਮਹਿੰਦਰ ਗਿੱਲ ਜੀ, ਇਹਨਾਂ ਸ਼ਬਦਾਂ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਥੇ ਆਪ ਜੀ ਤੋਂ ਆਗਿਆ ਲੈਂਦੇ ਹਾਂ ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਸਨ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਮਹਿੰਦਰ ਗਿੱਲ ਜੀ, ਜਿਹੜੇ ਕਿ ਬੜਾ ਲੰਮਾ ਸਮਾਂ ਉਹਨਾਂ ਨੇ ਇੱਥੇ ਡਾਕਟਰੀ ਦੀਆਂ ਸੇਵਾਵਾਂ ਨਿਭਾਈਆਂ ਨੇ। ਹਲੇ ਵੀ ਉਹ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ ਔਰ ਬੜੀ ਖੁਸ਼ੀ ਦੇ ਮਾਣ ਵਾਲੀ ਗੱਲ ਹੈ ਕਿ ਉਹ ਪੰਜਾਬੀ ਨੂੰ ਵੀ ਬਹੁਤ ਪਿਆਰ ਕਰਦੇ ਨੇ ਔਰ ਇੱਕ ਬਹੁਤ ਹੀ ਵਧੀਆ ਖੂਬਸੂਰਤ ਲਿਖਾਰੀ ਨੇ, ਕਵੀ ਨੇ, ਤੇ ਉਹਨਾਂ ਦੀਆਂ ਕਾਫੀ ਕਵਿਤਾਵਾਂ ਵੀ ਛਪੀਆਂ ਨੇ। ਤੇ ਅਸੀਂ ਇੱਕ ਵਾਰ ਫੇਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਜਿਵੇਂ ਕਿ ਕਿਹਾ ਹੈ ਕਿ ਆਪਣੀ ਜਿਹੜੀ ਸਿਹਤ ਹੈ ਉਹ ਸਾਡੇ ਹੱਥ ਵਿੱਚ ਜ਼ਿਆਦਾ ਹੁੰਦੀ ਹੈ। ਅਸੀਂ ਹੀ ਜਿਵੇਂ ਕਿ ਆਪਣੀ ਗੱਡੀ ਦੇ ਡਰਾਈਵਰ ਹੁੰਦੇ ਹਾਂ, ਸਾਡੀ ਜਿਹੜੀ ਸੇਫਟੀ ਹੁੰਦੀ ਹੈ, ਸਾਡਾ ਬਚਾਅ ਹੁੰਦਾ ਸਾਡੇ ਹੱਥਾਂ ਵਿੱਚ ਹੁੰਦਾ ਹੈ। ਅਸੀਂ ਕਿੰਨੀ ਗੱਡੀ ਤੇਜ਼ ਚਲਾਉਣੀ ਹੈ, ਲਾਈਟਾਂ ਤੇ ਕਿਵੇਂ ਰੁਕਣਾ ਹੈ। ਇਸੇ ਤਰ੍ਹਾਂ ਹੀ ਜਿਹੜਾ ਖਾਣ ਪੀਣ ਦਾ ਤਜਰਬਾ ਹੈ ਜਾਂ ਲਿਹਾਜ਼ ਹੈ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ। ਤੁਹਾਨੂੰ ਕਿੰਨੀ ਭੁੱਖ ਲੱਗੀ ਹੈ, ਹਮੇਸ਼ਾ ਸਿਆਣੇ ਕਹਿੰਦੇ ਨੇ ਭੁੱਖ ਰੱਖ ਕੇ ਖਾਣਾ ਚਾਹੀਦਾ ਹੈ। ਰਾਤ ਨੂੰ ਜਿਹੜਾ ਸੌਣ ਦਾ ਤੁਹਾਡਾ ਇੱਕ ਪੈਟਰਨ ਹੈ, ਤੁਹਾਡਾ ਟਾਈਮ ਹੈ, ਉਹ ਪੱਕਾ ਹੋਣਾ ਚਾਹੀਦਾ ਹੈ। ਤੁਸੀਂ ਅੱਗੇ ਪਿੱਛੇ ਨਹੀਂ ਕਰੋ। ਤੇ ਜੇ ਦਵਾਈ ਖਾਂਦੇ ਆ ਤਾਂ ਉਹਨੂੰ ਟਾਈਮ ਸਿਰ ਖਾਓ। ਤੇ ਬਾਕੀ ਡਾਕਟਰ ਸਾਹਿਬ ਨੇ ਵੀ ਯਾਦ ਦਵਾਇਆ ਕਿ ਸੈਰ ਕਰਨੀ ਚਾਹੀਦੀ ਹੈ, ਐਕਸਰਸਾਈਜ਼ ਕਰਨੀ ਚਾਹੀਦੀ ਹੈ। ਇਹ ਜਿਹੜਾ ਸਰੀਰ ਹੈ ਬੈਠਣ ਵਾਸਤੇ ਰੱਬ ਨੇ ਨਹੀਂ ਬਣਾਇਆ ਹੈਗਾ। ਇਹਦੇ ਵਿੱਚ ਜਿੰਨੀ ਲਚਕ ਪਾਈ ਹੈ, ਜਿਵੇਂ ਕਿ ਆਪਾਂ ਜਿਮਨਾਸਟਿਕ ਦੇਖਦੇ ਹਾਂ, ਫੁੱਟਬਾਲ ਦੇ ਖਿਡਾਰੀ ਦੇਖਦੇ ਹਾਂ, ਇਹਦੇ ਵਿੱਚ ਕਿੰਨੀ ਤਾਕਤ ਰੱਬ ਨੇ ਭਰੀ ਹੈ। ਉਸ ਤਾਕਤ ਦਾ ਵੀ ਥੋੜਾ ਬਹੁਤਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਨਹੀਂ ਕਿ ਕਿਉਂਕਿ ਅੱਜ ਪਤਾ ਹੈ ਕਿ ਅੱਜ ਬੜੇ ਸੁੱਖ ਲੋਕਾਂ ਨੂੰ ਮਿਲ ਗਏ ਨੇ ਔਰ ਸੈਟੀ ਤੇ ਬੈਠਾ ਬੰਦਾ ਉੱਠ ਕੇ ਅੱਗੇ ਤਾਂ ਜਾਂਦਾ ਸੀ ਵੀ ਟੈਲੀਵਿਜ਼ਨ ਦਾ ਬਟਨ ਬਦਲਣਾ ਪੈਂਦਾ ਸੀਗਾ ਕਿ ਹੋਰ ਚੈਨਲ ਲਾ ਦਈਏ। ਹੁਣ ਤਾਂ ਰਿਮੋਟ ਕੰਟਰੋਲ ਤੁਹਾਡੇ ਹੱਥ ਵਿੱਚ ਆ ਗਿਆ ਤੇ ਮੇਰੇ ਖਿਆਲ ਹੁਣ ਤਾਂ ਰਿਮੋਟ ਕੰਟਰੋਲ ਨਾਲ ਇਹ ਵੀ ਚਾਹੁੰਦੇ ਹੋਣੇ ਕਿ ਚਾਹ ਵੀ ਤੁਹਾਨੂੰ ਰਿਮੋਟ ਕੰਟਰੋਲ ਬਣਾ ਕੇ ਲਿਆ ਦੇਵੇ ਤੇ ਤੁਹਾਨੂੰ ਉੱਠ ਕੇ ਕਿਚਨ ਵਿੱਚ ਨਾ ਜਾਣਾ ਪਵੇ ਤੇ ਰਿਮੋਟ ਹੀ ਤੁਹਾਡੇ ਵਾਸਤੇ ਜਾਂ ਰੋਬੋਟ ਹੀ ਤੁਹਾਡੇ ਵਾਸਤੇ ਜਿਹੜੀ ਤੁਹਾਡੀ ਐਕਸਰਸਾਈਜ਼ ਵੀ ਕਰ ਦੇਵੇ। ਸੋ ਥੋੜਾ ਜਿਹਾ ਆਪਣੇ ਆਪ ਨੂੰ ਹੋਰ ਹਿੰਮਤੀ ਬਣਾਉਣ ਦੀ ਲੋੜ ਹੈ। ਤੇ ਹੁਣ ਆਪਾਂ ਗੱਲ ਕਰਾਂਗੇ ਇਸ ਵੇਲੇ ਦੁਨੀਆ ਵਿੱਚ ਕੀ ਕੀ ਹੋ ਰਿਹਾ ਹੈ। ਬੜੀਆਂ ਬੜੀਆਂ ਸੰਭਾਵਨਾ ਬਦਲ ਰਹੀਆਂ ਨੇ ਔਰ ਦੇਖਿਆ ਗਿਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇੱਥੇ ਵਿਆਜ ਦਰਾਂ ਨੇ ਉਹ ਵੱਧ ਰਹੀਆਂ ਨੇ, ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਹੋ ਰਹੀਆਂ ਨੇ। ਤੇ ਕੁਝ ਹੁਣ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਘਰਾਂ ਦੀਆਂ ਕੀਮਤਾਂ ਡਿੱਗਣ ਲੱਗ ਪਈਆਂ ਨੇ ਕਿਉਂਕਿ ਜਿਹੜੇ ਬਹੁਤ ਸਾਰੇ ਲੋਕ ਇੱਥੇ ਇਸ ਮੁਲਕ ਵਿੱਚ ਰਹਿੰਦੇ ਨੇ ਜਿਨ੍ਹਾਂ ਨੇ ਹਲੇ ਪ੍ਰੋਪਰਟੀ ਦੇ ਪਹਿਲੇ ਪੌਡੇ ਉੱਤੇ ਪੈਰ ਨਹੀਂ ਰੱਖਿਆ, ਉਹਨਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ। ਤਾਂ ਹੁਣ ਜਿਹੜੀ ਖਬਰ ਇੱਕ ਆਈ ਹੈ ਕਿ ਘਰਾਂ ਦੀਆਂ ਕੀਮਤਾਂ ਡਿੱਗੀਆਂ ਨੇ ਤੇ ਨਾਲ ਦੀ ਨਾਲ ਦੇਖਦੇ ਹਾਂ ਕਿ ਜੋ ਰਸ਼ੀਆ ਅਤੇ ਯੂਕਰੇਨ ਦੀ ਲੜਾਈ ਚੱਲ ਰਹੀ ਹੈ ਉਹਦਾ ਇਸ ਵੇਲੇ ਦੁਨੀਆ ਦੇ ਦੂਜੇ ਮੁਲਕਾਂ ਵਿੱਚ ਕਿਹੋ ਜਿਹਾ ਅਸਰ ਪੈ ਰਿਹਾ ਹੈ। ਅਸੀਂ ਗੱਲ ਕਰਾਂਗੇ ਨਾਈਜੀਰੀਆ ਦੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਜਿਵੇਂ ਗੱਲ ਕਰਦੇ ਹਾਂ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਵੱਡੇ ਵੱਡੀਆਂ ਤੇਲ ਦੀਆਂ ਕੰਪਨੀਆਂ ਨੇ, ਫਾਈਨੈਂਸ਼ੀਅਲ ਆਰਗੇਨਾਈਜੇਸ਼ਨ ਨੇ, ਆਪਾਂ ਬੈਂਕਾਂ ਦੀ ਗੱਲ ਕਰਦੇ ਹਾਂ ਉਹਦੇ ਵਿੱਚ HSBC ਬੈਂਕ ਇਹੋ ਜਿਹਾ ਆਇਆ ਹੈ ਜਿਸ ਨੂੰ ਕਿ ਬਹੁਤ ਹੀ ਵੱਡਾ ਮੁਨਾਫੇ ਹੋਏ ਹਨ ਕਿਉਂਕਿ ਇਹ ਜਿਹੜੇ ਇੰਟਰਸਟ ਰੇਟ ਵਧੇ ਹਨ ਉਹਦੀ ਵੀ ਗੱਲ ਕਰਾਂਗੇ। ਤੇ ਨਾਲ ਦੀ ਨਾਲ ਟਰੰਪ ਦੀ ਅਸੀਂ ਗੱਲ ਕੀਤੀ ਹੈ ਕਿ ਹੁਣ ਅਮਰੀਕਾ ਦੇ ਵਿੱਚ ਟਰੰਪ ਦੀ ਇਸ ਵੇਲੇ ਕਿਹੜੀ ਸਥਿਤੀ ਹੈ ਤੇ ਨਾਲ ਦੀ ਨਾਲ ਜਿਹੜੀ BP ਹੈ ਜਾਂ ਬ੍ਰਿਟਿਸ਼ ਪੈਟਰੋਲੀਅਮ ਹੈ ਉਹਦੀਆਂ ਜਿਹੜੇ ਪ੍ਰੋਫਿਟ ਨੇ ਉਹਦੇ ਵਿੱਚ ਵੀ ਵਾਧਾ ਹੋਇਆ ਹੈ। ਤੇ ਨਾਲ ਦੀ ਨਾਲ ਜੋ ਯੂਕਰੇਨ ਵੀ ਇਸ ਵੇਲੇ ਪੂਰਾ ਜਿਹੜਾ ਮੁਕਾਬਲਾ ਕਰ ਰਿਹਾ ਹੈ ਔਰ ਯੂਕਰੇਨ ਦੇ ਜਿਹੜੇ ਇਸ ਵੇਲੇ ਡਰੋਨਸ ਨੇ ਜਿਹੜੇ ਕਿ ਬਿਨਾਂ ਕਿਸੇ ਪਾਇਲਟ ਤੋਂ ਚੱਲਣ ਵਾਲੇ ਜਹਾਜ਼ ਛੋਟੇ ਹੁੰਦੇ ਨੇ, ਉਹਨਾਂ ਨੇ ਵੀ ਹੁਣੇ ਪਿੱਛੇ ਜਿਹੇ ਮਾਸਕੋ ਨੂੰ ਜਾ ਕੇ ਨਿਸ਼ਾਨਾ ਬਣਾਇਆ ਹੈ। ਇਹ ਸਾਰੀਆਂ ਗੱਲਾਂ ਬਾਤਾਂ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਦੇਵ ਸਿੰਘ ਜੀ ਕੰਦੋਲਾ। ਆਓ ਅਸੀਂ ਉਹਨਾਂ ਦਾ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ। ਕੰਦੋਲਾ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬੜੀ ਹਲਚਲ ਹੋ ਰਹੀ ਹੈ ਇਸ ਵੇਲੇ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ। ਦੇਖਦੇ ਹਾਂ ਕਿ ਜਿੱਥੇ ਮਹਿੰਗਾਈ ਵੱਧ ਰਹੀ ਹੈਗੀ ਆ, ਦੂਜੇ ਪਾਸੇ ਜਿਹੜੀ ਆ ਸਰਕਾਰ ਵੀ ਕੁਛ ਨਾ ਕੁਛ ਕੋਸ਼ਿਸ਼ ਕਰ ਰਹੀ ਹੈਗੀ ਆ। ਤੇ ਤੁਹਾਡੀ ਜਿਹੜੀ ਅੱਖ ਨੇ ਕੀ ਦੇਖਿਆ ਹੈ ਕਿ ਮਾਰਕੀਟ ਦੇ ਵਿੱਚ ਕਿਹੋ ਜਿਹੀ ਉਥਲ ਪੁਥਲ ਹੋ ਰਹੀ ਹੈ? ਘਰਾਂ ਦੀ ਮੇਰੇ ਖਿਆਲ ਗੱਲ ਚੱਲੀ ਹੈ ਕਿ ਥੋੜਾ ਬਹੁਤਾ ਬਦਲਾਵ ਆਇਆ ਹੈ ਘਰਾਂ ਦੀਆਂ ਕੀਮਤਾਂ ਦੇ ਵਿੱਚ, ਕੀ ਕਹਿਣਾ ਚਾਹੁੰਦੇ ਆ? ਦੇਖੋ ਸ਼ਿੰਦਰਪਾਲ ਜੀ, ਜੇਕਰ ਤੁਸੀਂ ਕਾਫੀ ਅਰਸੇ ਤੋਂ ਜਾਂ ਕਈ ਦਹਾਕਿਆਂ ਤੋਂ
ਦੁਨੀਆ ਦੀ ਜਿਹੜਾ ਅਰਥਚਾਰਾ ਆ ਉਹਦੇ ਤੇ ਨਿਗਾਹ ਰੱਖ ਰਹੇ ਆ ਜਾਂ ਤੁਸੀਂ ਯੂਕੇ ਤੇ ਨਿਗਾਹ ਰੱਖ ਰਹੇ ਆ, ਤਾਂ ਤੁਹਾਨੂੰ ਪਤਾ ਕਿ ਬਈ ਇਹ ਜਿਹੜਾ ਉਤਰਾਅ ਚੜਾਅ ਆ ਇਹ ਹਰ 10 ਸਾਲਾਂ ਬਾਅਦ 15 ਸਾਲਾਂ ਬਾਅਦ ਆਉਂਦਾ ਹੀ ਰਹਿੰਦਾ ਆ, ਕਿਉਂਕਿ ਜੇ ਕੁਦਰਤੀ ਤੌਰ ਤੇ ਇਹ ਜਿਹੜਾ ਅਰਥਚਾਰਾ ਆਪਣੇ ਆਪ ਨੂੰ ਐਡਜਸਟ ਕਰਦਾ ਰਹਿੰਦਾ ਹਾਲਾਤਾਂ ਦੇ ਮੁਤਾਬਕ, ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਆ। ਤੇ ਪਹਿਲੋਂ ਪਹਿਲ ਤੁਹਾਨੂੰ ਪਤਾ ਕਿ ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਵੀ ਉਸਦੀ ਕੀ ਆ ਹਨੇਰੀ ਆਈ ਸੀ, ਤੇ ਹੁਣ ਵੀ ਥੋੜਾ ਥੋੜਾ ਇਦਾਂ ਲੱਗ ਰਿਹਾ ਕਿ ਕੁਝ ਕੁਝ ਸਾਲ ਤਾਂ ਇਹ ਬਹੁਤ ਸਟੇਬਲ ਰਹੀ ਹੈਗੀ ਆ ਇਕਨੋਮਿਕ ਹਾਲਤ ਜਿਹੜੀ ਆ ਯੂਕੇ ਦੀ ਤੇ ਬਾਕੀ ਸੰਸਾਰ ਦੀ। ਤੇ ਹੁਣ ਤੁਹਾਨੂੰ ਪਤਾ ਕਿ ਬਈ ਕੀਮਤਾਂ ਦੇ ਵਿੱਚ ਬਹੁਤ ਵਾਧਾ ਹੋਇਆ, ਜਿਹਨੂੰ ਇਨਫਲੇਸ਼ਨ ਰੇਟ ਕਹਿੰਦੇ ਹੈਗੇ ਆ, 10% ਤੇ ਚਲਾ ਗਿਆ ਸੀ। ਮਤਲਬ ਕਿ ਜਿਹੜੀਆਂ ਜਿਣਸਾਂ ਆ ਆਪਾਂ ਖਰੀਦਦੇ ਹੈਗੇ ਆ, ਉਹ ਭੋਜਨ ਖਾਂਦੇ ਆ, ਉਹਨਾਂ ਦੇ ਵਿੱਚ ਉਹਨਾਂ ਦੀਆਂ ਕੀਮਤਾਂ ਦੇ ਵਿੱਚ 10% ਦੇ ਨੇੜੇ ਤੇੜੇ ਵਾਧਾ ਹੋਇਆ ਸੀ। ਅੱਛਾ, ਉਸ ਨੂੰ ਠੱਲ ਪਾਉਣ ਦੇ ਲਈ ਜਿਹੜੀ ਬੈਂਕਾਂ ਹੈਗੀਆਂ ਜਾਂ ਬੈਂਕ ਆਫ ਇੰਗਲੈਂਡ ਆ ਜੋ ਇੱਥੋਂ ਦੀ ਕੰਟਰੋਲ ਕਰਦੀ ਹੈਗੀ ਆ, ਤੇ ਉਹਨਾਂ ਨੇ ਜਿਹੜਾ ਆਪਣਾ ਵਿਆਜ ਦੀ ਦਰ ਸੀ ਉਹਨੂੰ ਵਧਾ ਦਿੱਤਾ ਸੀ, ਤੇ ਉਹ ਵਧਾਉਣ ਦੇ ਨਾਲ ਅਸਰ ਤਾਂ ਪੈਣਾ ਹੀ ਆ। ਤੇ ਜਦ ਉਹ ਵਿਆਜ ਦੀ ਦਰ ਵੱਧ ਜਾਂਦੀ ਤਾਂ ਤੁਸੀਂ, ਕਿਉਂਕਿ ਇੱਥੇ ਦੇ ਹਰ ਆਦਮੀ ਜਿਹੜਾ ਆ ਉਹ ਆਪਣੇ ਘਰਾਂ 'ਚ ਰਹਿੰਦਾ, ਉਹ ਆਪਣੇ ਘਰਾਂ 'ਚ ਨਹੀਂ ਰਹਿੰਦਾ, ਬਲਕਿ ਉਹਨਾਂ ਨੇ ਜਿਹੜੇ ਕਰਜ਼ਾ ਚੱਕਿਆ ਹੁੰਦਾ ਉਹਨਾਂ ਕੰਪਨੀਆਂ ਦੇ ਸਿਰ ਤੇ ਉਹ ਆਪਣੇ ਘਰਾਂ ਵਿੱਚ ਰਹਿੰਦੇ, ਭਾਵੇਂ ਤੁਸੀਂ ਕਹਿ ਦਿੰਦੇ ਜੀ ਇਹ ਮੇਰਾ ਘਰ ਹੈ ਲੇਕਿਨ ਤੁਹਾਡਾ ਨਹੀਂ ਹੁੰਦਾ। ਤੇ ਇਸ ਲਈ ਕਿਉਂਕਿ ਉਹ ਜਿਹੜੀ ਆ ਵਿਆਜ ਦੀ ਦਰ ਵਧੀ ਹੈਗੀ ਆ, ਤੇ ਤੁਸੀਂ ਕਿਸ਼ਤਾਂ ਦੇਣ ਦੇ ਬਹੁਤੇ ਕਾਬਿਲ ਨਹੀਂ ਹੁੰਦੇ, ਇਸ ਲਈ ਜਿਹੜੀਆਂ ਘਰਾਂ ਦੀਆਂ ਕੀਮਤਾਂ ਆ ਉਹਨਾਂ ਤੇ ਅਸਰ ਪੈਣਾ ਲਾਜ਼ਮੀ ਆ। ਕਿ ਉਹ ਜਿਹੜਾ ਸਪਲਾਈ ਐਂਡ ਡਿਮਾਂਡ ਦੀ ਗੱਲ ਹੋ ਜਾਂਦੀ ਹੈ, ਜਦੋਂ ਡਿਮਾਂਡ ਘਟ ਜਾਂਦੀ ਆ ਕਿਉਂਕਿ ਤੁਹਾਡੇ ਕੋਲ ਪੈਸੇ ਹੈ ਨਹੀਂ ਗੇ, ਤਾਂ ਤੁਸੀਂ 3 4 5 ਲੱਖ ਦਾ ਕਰਜ਼ਾ ਆਪਣੇ ਸਿਰ ਤੇ ਕਿਉਂ ਚੜਾਓਗੇ ਜਦ ਤੁਹਾਨੂੰ ਪਤਾ ਹੀ ਨਹੀਂ ਪਵੇ ਮੇਰੀ ਜੌਬ ਵੀ ਰਹਿਣੀ ਆ ਜਾਂ ਮੈਂ ਇਹ ਜਿਹੜੀ ਹੈਗੀ ਆ ਕਿਸ਼ਤਾਂ ਦੇ ਸਕੂੰਗਾ ਕਿ ਨਹੀਂ। ਤੇ ਇਸ ਕਰਕੇ ਹੁਣ ਉਹ ਜਿਹੜੀਆਂ ਕੀਮਤਾਂ ਆ ਘਰਾਂ ਦੀਆਂ ਉਹ ਥੱਲੇ ਆ ਰਹੀਆਂ, ਕਿਉਂਕਿ ਡਿਮਾਂਡ ਜਿਹੜੀ ਆ ਉਹ ਘਟ ਗਈ ਹੈਗੀ ਆ। ਤੇ ਇਹ ਜਿਹੜੀ ਆ ਐਸਟੀਮੇਟ ਦੱਸਦੇ ਹੈਗੇ ਕਿ ਲਗਭਗ ਜੁਲਾਈ ਦੇ ਮਹੀਨੇ ਦੇ ਵਿੱਚ 4% ਜਿਹੜੀਆਂ ਕੀਮਤਾਂ ਆ ਉਹ ਘਰਾਂ ਦੀਆਂ ਕੀਮਤਾਂ ਘਟੀਆਂ ਹੈਗੀਆਂ। ਤੇ ਇਹ ਵੀ ਕਿਹਾ ਜਾ ਰਿਹਾ ਕਿ ਬਈ ਹੋਰ ਵੀ ਬਹੁਤ ਘਟਣ ਦੀ ਉਮੀਦ ਆ, ਕਿਉਂਕਿ ਬੈਂਕ ਆਫ ਇੰਗਲੈਂਡ ਨੇ ਜਿਹੜੇ ਵਿਆਜ ਦੀ ਦਰ ਆ ਉਹਨੂੰ ਹੋਰ ਵਧਾ ਦੇਣਾ। ਲੋਕ ਕਹਿ ਰਹੇ ਆ ਕਿ ਬਈ 1-2 ਦਿਨਾਂ ਦੇ ਵਿੱਚ ਉਹ ਜਿਹੜਾ ਵਿਆਜ ਦੀ ਦਰ ਹੈਗੀ ਆ ਉਹ ਹੋਰ ਵੀ ਵਧੇਗੀ। ਇਹਦਾ ਮਤਲਬ ਕਿ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਮੌਰਗੇਜ ਹੈਗੀ ਆ ਤਾਂ ਉਹਦੀ ਜਿਹੜੀ ਮਹੀਨੇ ਬਾਅਦ ਤੁਸੀਂ ਕਿਸ਼ਤ ਦਿੰਦੇ ਆ ਉਹਦੇ ਵਿੱਚ ਵਾਧਾ ਹੋਏਗਾ। ਉਹ ਤੁਹਾਨੂੰ ਸੋਚਣਾ ਪਊਗਾ ਕਿ ਉਹ ਜਿਹੜਾ ਵਾਧਾ ਆ ਉਹਨੂੰ ਪੂਰਾ ਕਿਸ ਤਰ੍ਹਾਂ ਕਰਨਾ। ਸੋ ਕੋਈ ਅਨਐਕਸਪੈਕਟਿਡ ਗੱਲ ਨਹੀਂ ਹੈਗੀ ਕਿ ਇਹ ਜਿਹੜੀਆਂ ਕੀਮਤਾਂ ਹੈਗੀਆਂ ਇਹ ਘਟਣਗੀਆਂ, ਵੀ ਜਦ ਬਹੁਤ ਹੀ ਕੁਝ ਸਾਲਾਂ ਬਾਅਦ ਬਹੁਤ ਹੀ ਘਟ ਗਈਆਂ ਫਿਰ ਉਹ ਵਧਣੀਆਂ ਸ਼ੁਰੂ ਹੋ ਜਾਣੀਆਂ। ਇਹ ਜਿਹੜਾ ਉਤਰਾਅ ਚੜਾਅ ਆ ਇਹ ਆਉਂਦਾ ਹੀ ਰਹਿਣਾ ਤੇ ਆਉਂਦਾ ਹੀ ਰਹਿੰਦਾ। ਹਾਂਜੀ, ਵਾਕਈ ਤੁਸੀਂ ਜਿਵੇਂ ਕਿਹਾ ਕਿ 2010 ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਕੀਮਤਾਂ ਡਿੱਗੀਆਂ ਸਨ, ਜਿਵੇਂ ਕਿ ਅਸੀਂ ਗ੍ਰਾਫ ਵੀ ਦੇਖ ਕੇ ਹਟੇ ਹਾਂ, ਤੇ ਹੁਣ ਉਮੀਦ ਜੀ ਕੀਤੀ ਜਾਂਦੀ ਹੈ ਕਿ ਅੱਜ ਉਮੀਦ ਕੀਤੀ ਜਾਂਦੀ ਹੈ ਕਿ ਬੈਂਕ ਨੇ ਜਦੋਂ ਆਪਣੀ ਜਿਹੜੀ ਮੀਟਿੰਗ ਕਰਨੀ ਹੈ, ਬੈਂਕ ਆਫ ਇੰਗਲੈਂਡ ਨੇ ਉਹਨਾਂ ਤੋਂ ਵੀ ਆਸ ਕੀਤੀ ਜਾ ਰਹੀ ਹੈ ਕਿ 5% ਤੋਂ ਲੈ ਕੇ ਉਹ ਸਵਾ ਭਾਵ ਕਿ 0.25% ਜਿਹੜਾ ਇੰਟਰਸਟ ਜਿਹੜਾ ਵਧਾ ਦੇਣਗੇ। ਉਹਦੇ ਨਾਲ ਵੀ ਮੇਰੇ ਖਿਆਲ ਇਸ ਮਾਰਕੀਟ ਦੇ ਉੱਤੇ ਹੋਰ ਸੱਟ ਵੱਜੇਗੀ। ਤੇ ਇੱਕ ਪਾਸੇ ਦੇਖਦੇ ਹਾਂ ਕਿ ਘਰਾਂ ਦੀਆਂ ਕੀਮਤਾਂ ਡਿੱਗੀਆਂ ਨੇ, ਪਰ ਉਨੀਆਂ ਨਹੀਂ ਡਿੱਗੀਆਂ ਕਿਉਂਕਿ ਕੀਮਤਾਂ ਬਹੁਤ ਹੀ ਪਹਿਲਾਂ ਚੜੀਆਂ ਹੋਈਆਂ ਨੇ। ਪਰ ਦੂਜੇ ਪਾਸੇ ਜਦੋਂ ਨਵੇਂ ਲੈਣ ਵਾਲੇ ਘਰ ਜਿਹੜੇ ਹੈਗੇ ਆ ਉਹਨਾਂ ਨੂੰ ਜਦੋਂ ਇੰਨੀ ਮਹਿੰਗੀ ਕਿਸ਼ਤ ਦੇਣੀ ਪੈਣੀ ਆ, ਉਹਨਾਂ ਵਾਸਤੇ ਬੜਾ ਔਖਾ ਹੋਵੇਗਾ। ਤੇ ਬਲਦੇਵ ਜੀ, ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੀ ਰਸ਼ੀਆ ਦੀ ਤੇ ਜਿਹੜੀ ਯੂਕਰੇਨ ਦੀ ਲੜਾਈ ਲੱਗੀ ਆ ਉਹਦਾ ਹੋਰ ਮੁਲਕਾਂ ਦੇ ਵਿੱਚ ਵੀ ਕੁਝ ਅਸਰ ਪੈ ਰਿਹਾ ਹੈ। ਆਪਾਂ ਗੱਲ ਕਰਦੇ ਆ ਨਾਈਜਰ ਦੇ ਵਿੱਚ ਹੁਣੇ ਇੱਕ ਬਗਾਵਤ ਹੋ ਕੇ ਹਟੀ ਆ, ਤੇ ਉੱਥੇ ਲੋਕਾਂ ਦਾ ਰੁਝਾਨ ਇਹ ਕਹਿ ਰਿਹਾ ਹੈ ਕਿ ਅਸੀਂ ਫਰਾਂਸ ਨੂੰ ਪਸੰਦ ਨਹੀਂ ਕਰਦੇ, ਅਸੀਂ ਰੂਸ ਚਾਹੁੰਦੇ ਹਾਂ ਕਿ ਰੂਸ ਸਾਡੇ ਤੇ ਕੰਟਰੋਲ ਕਰੇ। ਤੁਹਾਨੂੰ ਇਹ ਜਿਹੜੀਆਂ ਇਹਦਾ ਦਾ ਅਸਰ ਹੈ ਇਸ ਜੰਗ ਦਾ ਹੋਰ ਮੁਲਕਾਂ ਦੇ ਵਿੱਚ ਤੁਹਾਨੂੰ ਕਿਹੋ ਜਿਹਾ ਦਿਸ ਰਿਹਾ ਹੈ? ਦੇਖੋ, ਇਹ ਜਿਹੜੀ ਰੂਸ ਦੀ ਤੇ ਯੂਕਰੇਨ ਦੀ ਲੜਾਈ ਹੋਈ ਆ ਉਹਦਾ ਜਿਹੜਾ ਅਸਰ ਆ ਉਹ ਹਰ ਮੁਲਕ ਤੇ ਹੋਣਾ ਲਾਜ਼ਮੀ ਸੀਗਾ। ਤੇ ਤੁਹਾਨੂੰ ਪਤਾ ਕਿ ਇਸ ਲੜਾਈ ਤੋਂ ਇਹ ਵੀ ਜ਼ਾਹਰ ਹੋਇਆ ਹੈਗਾ ਕਿ ਜਿਹੜੀ ਰੂਸ ਦੀ ਪ੍ਰਾਈਵੇਟ ਆਰਮੀ ਜਿਹੜੀ ਉਹਨਾਂ ਨੇ ਤਿਆਰ ਕੀਤੀ ਸੀ, ਜਿਹਨੂੰ
ਵਾਗਨਰ ਗਰੁੱਪ ਕਹਿੰਦੇ ਹੈਗੇ ਆ, ਜੋ ਯੂਕਰੇਨ ਦੇ ਵਿੱਚ ਰੂਸ ਦੇ ਲਈ ਲੜ ਵੀ ਰਹੇ ਸੀਗੇ। ਫਿਰ ਉਹਨਾਂ ਦੇ ਮਤਭੇਦ ਹੋ ਗਏ। ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਕੂਚ ਕਰ ਦਿੱਤੀ ਸੀ ਮਾਸਕੋ ਉੱਤੇ। ਉਹ ਇੰਨਾ ਸੀਰੀਅਸ ਤਾਂ ਨਹੀਂ ਸੀ ਲੱਗਦਾ, ਪਰ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਕੁਝ ਅਚੰਭਾ ਜਿਹਾ ਲੱਗਦਾ ਸੀਗਾ। ਤੇ ਦੇਖੋ, ਜਿਹੜੇ ਯੂਰਪ ਦੇ ਮੁਲਕ ਹੈਗੇ ਆ, ਇਹਨਾਂ ਨੇ ਬਾਕੀ ਸਾਰੇ ਮੁਲਕਾਂ ਤੇ, ਏਸ਼ੀਆ ਦੇ ਹੋਏ, ਅਫਰੀਕਾ ਤੇ, ਉਹਨਾਂ ਤੇ ਰਾਜ ਕੀਤਾ ਹੈਗਾ। ਫਰਾਂਸ ਦਾ ਜਿਹੜਾ ਪ੍ਰਭਾਵ ਆ ਉਹ ਨੀਜਰ ਔਰ ਜਿਹਨੂੰ ਨਾਈਜਰ ਵੀ ਕਹਿੰਦੇ ਆ, ਉਹਨਾਂ ਸੈਂਟਰਲ ਅਫਰੀਕਾ ਦੇ ਮੁਲਕਾਂ ਦੇ ਉੱਤੇ ਕਾਫੀ ਸੀ, ਕਿਉਂਕਿ ਉੱਥੇ ਉਹ ਰਾਜ ਕਰਦੇ ਸੀਗੇ। ਤੇ ਉਹਨਾਂ ਲੋਕਾਂ ਨੇ ਉੱਠ ਕੇ ਜਿਹੜੇ ਫਰਾਂਸ ਦਾ ਵਿਰੋਧ ਕਰਨਾ ਉਹ ਕੁਦਰਤੀ ਆ, ਕਿਉਂਕਿ ਜਦੋਂ ਕੋਈ ਬਾਹਰਲੀ ਤਾਕਤ ਕਿਸੇ ਹੋਰ ਮੁਲਕ ਤੇ ਰਾਜ ਕਰਨ ਜਾਂਦੀ ਆ ਤੇ ਉਹ ਇਸ ਲਈ ਨਹੀਂ ਜਾਂਦੀ ਕਿ ਉਹਨਾਂ ਦਾ ਭਲਾ ਕਰੇਗੀ। ਉਹ ਆਪਣੇ ਭਲੇ ਲਈ ਉੱਥੇ ਜਾਂਦੇ ਆ ਤੇ ਉਸ ਮੁਲਕ ਨੂੰ ਲੁੱਟ ਖਸੁੱਟ ਉਸ ਮੁਲਕ ਦੀ ਕਰਦੇ ਆ, ਜੋ ਫਰਾਂਸੀਸੀਆਂ ਨੇ ਉਹ ਕੀਤੀ ਵੀ ਸੀਗੀ। ਤੇ ਹੁਣ ਜੇ ਉੱਥੋਂ ਦੇ ਲੋਕ ਉੱਠੇ ਹੈਗੇ ਆ ਤੇ ਉੱਥੋਂ ਫਰਾਂਸ ਨੂੰ ਦੌੜਨਾ ਪੈ ਰਿਹਾ ਉਸ ਮੁਲਕ ਦੇ ਵਿੱਚੋਂ। ਉਹ ਜਿਹੜੇ ਆਲੇ ਦੁਆਲੇ ਦੇ ਮੁਲਕ ਹੈਗੇ ਆ, ਜਿੱਦਾਂ ਮਾਲੀ ਹੈਗਾ ਆ, ਉਹਨਾਂ ਨੇ ਵੀ ਇਹਨਾਂ ਨੂੰ ਬਾਹਰ ਕੱਢਿਆ ਹੈਗਾ। ਅੱਛਾ, ਜਦੋਂ ਤੁਸੀਂ ਕਿਸੇ ਬਾਹਰਲੀ ਤਾਕਤ ਨੂੰ ਬਾਹਰ ਕੱਢਦੇ ਆ ਤੇ ਕਿਉਂਕਿ ਦੁਨੀਆ ਦੇ ਵਿੱਚ ਦੋ ਧਿਰਾਂ ਚੱਲ ਰਹੀਆਂ ਹੈਗੀਆਂ, ਇੱਕ ਪੱਛਮੀ ਯੂਰਪ ਤੇ ਇੱਕ ਜਿਹੜਾ ਰੂਸ ਵਾਲਿਆਂ ਦਾ ਆਪਣਾ ਪ੍ਰਭਾਵ ਹੈਗਾ, ਤੇ ਰੂਸ ਵਾਲਿਆਂ ਨੂੰ ਉਹ ਮੌਕਾ ਮਿਲ ਗਿਆ ਕਿ ਬਈ ਉਹ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਤਾਂ ਕਿ ਉਹ ਲੋਕ ਹੋਰ ਵਿਰੁੱਧ ਹੋਣ ਫਰਾਂਸ ਦੇ। ਤੇ ਜਿਹੜਾ ਵਾਗਨਰ ਗਰੁੱਪ ਹੈਗਾ ਰੂਸੀਆਂ ਦਾ, ਉਹ ਉੱਥੇ ਜਾ ਕੇ ਉਹਨਾਂ ਦੀ ਮਦਦ ਵੀ ਕਰਦਾ ਸੀ ਤਾਂ ਕਿ ਜਿਹੜੇ ਫਰਾਂਸੀ ਸੀ ਆ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਜਾਵੇ। ਇਹ ਇੱਕ ਅੰਤਰਰਾਸ਼ਟਰੀ ਪੱਧਰ ਤੇ ਇੱਕ ਖੇਡ ਖੇਡਿਆ ਜਾਂਦਾ, ਜਿਹੜਾ ਕਿ ਹਰ ਇੱਕ ਨੂੰ ਪਤਾ ਕਿ ਇਹ ਜਿਹੜੀਆਂ ਵੱਡੀਆਂ ਤਾਕਤਾਂ ਉਸ ਤਰ੍ਹਾਂ ਦਾ ਖੇਡ ਖੇਡਦੀਆਂ। ਲੇਕਿਨ ਜਿਹੜੇ ਉਸ ਵੇਲੇ ਦੇ ਲੋਕ ਹੁੰਦੇ ਆ, ਉਹਨਾਂ ਨੇ ਦੇਖਣਾ ਹੁੰਦਾ ਕਿ ਵੀ ਸਾਡੇ ਲਈ ਕਿਹੜੀ ਚੀਜ਼ ਫਾਇਦੇਮੰਦ ਹੈਗੀ ਆ। ਇਸ ਵੇਲੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਵੀ ਕਿਉਂਕਿ ਉਹਨਾਂ ਦੀ ਲੜਾਈ ਫਰਾਂਸ ਦੇ ਵਿਰੁੱਧ ਹੈਗੀ ਆ, ਤੇ ਰੂਸੀ ਜਿਹੜੇ ਆ ਉਹ ਮੱਲੋ ਮੱਲੀ ਉਹਨਾਂ ਦੀ ਜ਼ਰੂਰ ਮਦਦ ਕਰਦੇ ਆ, ਕਰਨਗੇ ਵੀ ਆਪਣਾ ਪ੍ਰਭਾਵ ਵਧਾਉਣ ਲਈ, ਤੇ ਉਹ ਫਰਾਂਸ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦੇ ਲਈ। ਤੇ ਲੋਕ ਹੁਣ ਜਿਹੜੇ ਰੂਸ ਦਾ ਝੰਡਾ ਆ ਜਾਂ ਵਲਾਦੀਮੀਰ ਪੁਤਿਨ ਆ, ਉਹਦੇ ਵੱਲ ਦੇ ਹੋਏ ਆ ਤੇ ਉਹਦੇ ਨਾਅਰੇ ਲਾਉਂਦੇ ਆ ਕਿ ਜੀ ਅਸੀਂ ਫਰਾਂਸ ਵਾਲੇ ਸਾਨੂੰ ਆਪਣੇ ਮੁਲਕ ਦੇ ਵਿੱਚ ਨਹੀਂ ਚਾਹੀਦੇ, ਕਿਉਂਕਿ ਰੂਸ ਸਾਡੀ ਮਦਦ ਕਰ ਰਿਹਾ ਹੈਗਾ। ਇਸ ਲਈ ਅਸੀਂ ਚਾਹੁੰਦੇ ਆ ਕਿ ਬਈ ਸਾਡੇ ਮੁਲਕ ਦੇ ਵਿੱਚ ਰੂਸੀ ਆ ਕੇ ਸਾਡੀ ਮਦਦ ਕਰਨ, ਔਰ ਉਹ ਕਰਦੇ ਵੀ ਆ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਖੇਲ ਖੇਲਿਆ ਜਾਂਦਾ, ਉਹ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਕੀ ਕੁਝ ਹੋ ਰਿਹਾ ਜੀ। ਦਰਸ਼ਕਾਂ ਨੂੰ ਦੱਸਦੀ ਹੈ, ਜਿਹੜੀ ਤਸਵੀਰ ਆਪਾਂ ਹੁਣ ਦੇਖ ਕੇ ਹਟੇ ਆ, ਉਹ ਇੱਕ ਉੱਥੋਂ ਦਾ ਬਿਜ਼ਨਸਮੈਨ ਹੈ ਤੇ ਉਹਨੇ ਆਪਣਾ ਨਾਮ ਦੱਸਣ ਤੋਂ ਵੀ ਇਨਕਾਰ ਕੀਤਾ ਤੇ ਆਪਣਾ ਚਿਹਰਾ ਕਹਿੰਦਾ ਮੇਰਾ ਤੁਸੀਂ ਥੋੜਾ ਬਲਰਡ ਧੁੰਦਲਾ ਕਰ ਦਿਓ ਤੇ ਮੈਂ ਪੱਕਾ ਰੂਸ ਪੱਖੀ ਹਾਂ ਤੇ ਮੈਂ ਚਾਹੁੰਦਾ ਹਾਂ ਕਿ ਜਿਹੜਾ ਫਰਾਂਸ ਦਾ ਇੱਥੋਂ ਡੇਰੇ ਹਨ, ਉਹਨਾਂ ਦੇ ਮਿਲਟਰੀ ਬੇਸ ਹਨ, ਉਹਨਾਂ ਨੂੰ ਚੱਕਿਆ ਜਾਵੇ ਉਹਨਾਂ ਨੂੰ। ਸੋ ਇਹ ਉੱਥੋਂ ਦੇ ਲੋਕਾਂ ਦਾ ਖਿਆਲ ਹੈ। ਤੇ ਹੁਣ ਆਪਾਂ ਵੱਧਦੇ ਹਾਂ, ਜਿਵੇਂ ਕਿ ਗੱਲ ਕੀਤੀ ਹੈ ਕਿ ਇੰਟਰਸਟ ਰੇਟ ਬੜੇ ਵੱਧਦੇ ਜਾ ਰਹੇ ਨੇ ਔਰ ਬੈਂਕਾਂ ਵੀ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਪ੍ਰੋਫਿਟ ਬਣਾ ਰਹੀਆਂ ਨੇ। ਔਰ ਦੇਖਦੇ ਆ ਕਿ ਕੋਵਿਡ ਦੇ ਦੌਰਾਨ ਭਾਵੇਂ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਕੰਪਨੀਆਂ ਨੂੰ ਘਾਟੇ ਪਏ ਸਨ, ਪਰ ਕੁਝ ਕੰਪਨੀਆਂ ਇਹੋ ਜਿਹੀਆਂ ਸਨ, ਜਿਵੇਂ ਕਿ ਅਸੀਂ ਐਮਾਜ਼ਨ ਦੀ ਗੱਲ ਕਰੀਏ, ਉਹਨਾਂ ਨੇ ਹੜ ਵਾਂਗੂ ਕਹਿੰਦੇ ਪ੍ਰੋਫਿਟ ਉਹਨਾਂ ਦੇ ਵਧੇ ਨੇ। ਤੇ ਹੁਣ ਅਸੀਂ ਗੱਲ ਕਰਦੇ ਹਾਂ HSBC ਜਿਹੜਾ ਬੈਂਕ ਹੈ ਇੱਥੋਂ ਦਾ, ਜਿਹੜਾ ਕੁਲਦੀਪ ਜੀ ਉਹਦਾ ਜਿਹੜੇ ਉਹਦੇ ਪ੍ਰੋਫਿਟ ਨੇ ਜਾਂ ਉਹਦੇ ਮੁਨਾਫੇ ਨੇ ਉਹ ਪਿਛਲੇ ਸਾਲ ਨਾਲੋਂ ਦੁੱਗਣੇ ਹੋ ਗਏ ਨੇ। ਤੁਸੀਂ ਇਹਦੇ ਪਿੱਛੇ ਕੀ ਕਾਰਨ ਦੇਖਦੇ ਹੈਗੇ? ਚੰਦਰਪਾਲ ਜੀ, ਇਹ ਤਾਂ ਓਬਵੀਅਸ ਹੈ ਕਿ ਜਿਹੜੇ ਵੀ ਵੱਡੇ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਬਿਜ਼ਨੈਸਿਸ ਹੈਗੇ ਆ, ਜਦੋਂ ਵੀ ਦੁਨੀਆ ਦੀ ਇਕਨੋਮੀ ਦੇ ਵਿੱਚ ਜਾਂ ਕਿਸੇ ਦੇਸ਼ ਦੇ ਅਰਥਚਾਰੇ ਦੇ ਵਿੱਚ ਉਥਲ ਪੁਥਲ ਹੁੰਦੀ ਆ, ਤੇ ਉਹਨਾਂ ਨੂੰ ਇਹ ਮੌਕਾ ਮਿਲ ਜਾਂਦਾ ਆਪਣੀਆਂ ਜਿਹੜੀ ਆ ਲਾਭ ਆ ਉਹਨਾਂ ਨੂੰ ਵਧਾਉਣ ਦਾ। ਹੁਣ ਦੇਖੋ, ਜੇ ਇੰਟਰਸਟ ਰੇਟ ਜਿਹੜਾ ਆ ਇੰਗਲੈਂਡ ਦੀ ਬੈਂਕ ਨੇ ਵਧਾਇਆ ਹੈਗਾ, ਤੇ ਉਹਦੇ ਨਾਲ ਜੇਕਰ ਉਹਨਾਂ ਨੇ HSBC ਜਾਂ ਹੋਰ ਬੈਂਕਾਂ ਹੈਗੀਆਂ, ਉਹਨਾਂ ਨੇ ਜਿਹੜੇ ਕਰਜ਼ੇ ਦਿੱਤੇ ਹੋਏ ਆ ਤੇ ਉਹਨਾਂ ਨੇ ਉਹ ਵਧਾ ਦਿੱਤੇ ਹੈਗੇ ਆ। ਲੇਕਿਨ ਕਿਉਂਕਿ ਅਸੀਂ ਹਰ ਇੱਕ ਬੰਦਾ ਜਿਹਦਾ ਵੀ ਅਕਾਊਂਟ ਹੈਗਾ, ਉਹ ਆਪਣੇ ਪੈਸੇ ਜਿਹੜੇ ਆ ਉਹ ਬੈਂਕ 'ਚ ਰੱਖਦਾ, ਔਰ ਬੈਂਕ ਵਾਲੇ ਇਹ ਕਹਿੰਦੇ ਆ ਕਿ ਬਈ ਅਸੀਂ ਜੋ ਚਾਲੂ ਇੰਟਰਸਟ ਰੇਟ ਹੈਗਾ ਆ, ਵਿਆਜ ਦਾ ਦਰ ਹੈਗਾ, ਉਹਦੇ ਹਿਸਾਬ ਨਾਲ ਤੁਹਾਨੂੰ ਆਪਣੇ ਪੈਸੇ ਦੇ ਅਸੀਂ ਵਿਆਜ ਦੇਵਾਂਗੇ। ਲੇਕਿਨ ਉਹ ਹੁੰਦਾ ਕੀ ਆ, ਜਦੋਂ ਉਥਲ ਪੁਥਲ ਹੁੰਦੀ ਆ
ਤੇ ਉਹ ਇਹ ਜਿਹੜੀਆਂ ਬੈਂਕਾਂ ਹੈਗੀਆਂ ਉਹ ਜਿਹੜੇ ਕਰਜ਼ਾ ਦਿੱਤਾ ਆ ਉਹਦੇ ਤੇ ਜਿਹੜਾ ਵਿਆਜ ਦੀ ਦਰ ਦੇ ਮੁਤਾਬਕ ਉਹਨੂੰ ਵਧਾ ਦਿੰਦੇ ਆ। ਲੇਕਿਨ ਜੇ ਤੁਹਾਡਾ ਪੈਸਾ ਉਹਨਾਂ ਦੇ ਬੈਂਕ 'ਚ ਰੱਖਿਆ ਆ ਉਸ ਹਿਸਾਬ ਨਾਲ ਤੁਹਾਨੂੰ ਜਿਹੜੀ ਆ ਉਹ ਵਿਆਜ ਦੀ ਦਰ ਨਹੀਂ ਦਿੰਦੇ ਹੈ, ਤੇ ਉਹ ਜਿਹੜਾ ਗੈਪ ਆ ਉਹਦੇ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ। ਇਸ ਲਈ ਜੇ ਮੈਨੂੰ ਕੋਈ ਅਚੰਭਾ ਨਹੀਂ ਹੋਇਆ ਕਿ ਇਹ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਬੈਂਕਾਂ ਹੈਗੀਆਂ ਕਿ ਇਹਨਾਂ ਦੀਆਂ ਜਿਹੜੀ ਪ੍ਰੋਫਿਟ ਆ ਉਹ ਦੁੱਗਣੀ ਹੋਈਆਂ, ਕਿਉਂਕਿ ਦਿਓ ਘੱਟ ਤੇ ਲਓ ਜ਼ਿਆਦਾ ਤੇ ਪ੍ਰੋਫਿਟ ਆਪੇ ਹੀ ਹੋਏਗੀ। ਸੋ ਜਿਹੜੀ ਬਰਤਾਨੀਆ ਦੀ ਸਰਕਾਰ ਆ ਉਸਨੇ ਇਹਨਾਂ ਬੈਂਕਾਂ ਨੂੰ ਚੇਤਾਵਨੀ ਵੀ ਦਿੱਤੀ ਆ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਕਰਦੇ ਰਹੇ ਤਾਂ ਅਸੀਂ ਤੁਹਾਨੂੰ ਜੁਰਮਾਨਾ ਵੀ ਕਰ ਸਕਦੇ ਹਾਂ, ਔਰ ਤੁਹਾਨੂੰ ਇਹ ਜਿਹੜੀ ਐਡਜਸਟਮੈਂਟ ਹੈਗੀ ਆ, ਜੇਕਰ ਕਿਸੇ ਨੇ ਆਪਣੇ ਪੈਸੇ ਤੁਹਾਡੀ ਬੈਂਕ ਦੇ ਵਿੱਚ ਰੱਖੇ ਹੋਏ ਆ ਉਹਨਾਂ ਨੂੰ ਵਿਆਜ ਦੀ ਦਰ ਜਿਹੜੀ ਆ ਉਸੇ ਹਿਸਾਬ ਨਾਲ ਵਧਾਓ ਜਿਸ ਤਰ੍ਹਾਂ ਕਿ ਬੈਂਕ ਆਫ ਇੰਗਲੈਂਡ ਨੇ ਉਹ ਜਿਹੜੀ ਵਿਆਜ ਦੀ ਦਰ ਵਧਾਈ ਹੈਗੀ ਆ। ਤੇ ਉਹ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇਹ ਜਿਹੜੀਆਂ ਬੈਂਕਾਂ ਆ ਇਹ ਹਮੇਸ਼ਾ ਸਰਕਾਰਾਂ ਤੋਂ ਡਰਦੀਆਂ ਰਹਿੰਦੀਆਂ ਤੇ ਉਹਨਾਂ ਨੂੰ ਇਹ ਐਡਜਸਟਮੈਂਟ ਜਿਹੜੀ ਆ ਉਹ ਕਰਨੀ ਹੀ ਪੈਣੀ ਆ। ਹਾਂ, ਬਹੁਤ ਵਧੀਆ। ਜਿਵੇਂ ਕਿ ਇੱਕ ਮੈਂ ਖਬਰ ਮੇਰੇ ਸਾਹਮਣੇ ਆਈ ਆ ਕਿ ਜਿਹੜੇ ਉਹ ਅੰਗਰੇਜ਼ੀ ਵਿੱਚ ਹੈ ਕਿ ਬੈਂਕਸ ਆਫਰਿੰਗ ਅਨਜਸਟੀਫਾਈਬਲੀ ਲੋ ਸੇਵਿੰਗ ਰੇਟਸ ਟੂ देयर ਕਸਟਮਰਸ ਵਿਲ ਫੇਸ ਰੋਬਸਟ ਐਕਸ਼ਨ। ਇਹ ਜਿਹੜਾ ਇੱਥੋਂ ਦਾ ਯੂਕੇ ਦਾ ਫਾਈਨੈਂਸ਼ੀਅਲ ਵਾਚਡੌਗ ਹੈ ਉਹਨਾਂ ਨੂੰ ਖਬਰਦਾਰ ਕੀਤਾ ਹੈ, ਪਰ ਦੇਖਦੇ ਆ ਕਿ ਬੈਂਕਾਂ ਦੇ ਉੱਤੇ ਕਿੰਨਾ ਅਸਰ ਪੈਂਦਾ ਹੈ। ਤੇ ਬਲਦੇਵ ਜੀ, ਹੁਣ ਆਪਾਂ ਚੱਲੀਏ ਅਮਰੀਕਾ ਵੱਲ ਨੂੰ। ਤੇ ਅਸੀਂ ਬੜੇ ਲੰਬੇ ਸਮੇਂ ਤੋਂ ਡੋਨਲਡ ਟਰੰਪ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ ਉਹਦੀ ਜਿਹੜੇ ਸਰਗਰਮੀਆਂ ਨੇ ਉਹਨਾਂ ਤੇ ਨਜ਼ਰ ਰੱਖਦੇ ਆ ਰਹੇ ਆ। ਜੋ ਉਸਨੇ ਕੀਤਾ ਸੀ ਪਹਿਲੀ ਇਲੈਕਸ਼ਨ ਜਿਹੜੀ ਇਸ ਤੋਂ ਪਹਿਲਾਂ ਇਲੈਕਸ਼ਨ ਹੋਈ ਸੀ, ਹੁਣ ਤਾਂ ਹਾਰ ਗਿਆ ਸੀ, ਜਦੋਂ ਉਹਨੇ ਹਿਲਰੀ ਕਲਿੰਟਨ ਨੂੰ ਹਰਾਇਆ ਸੀਗਾ, ਉਹ ਕਿਹੜੇ ਦਾਅ ਪੇਚ ਉਹਨੇ ਵਰਤੇ ਸੀਗੇ। ਤੇ ਹੁਣ ਜਿਹੜੀ ਨਵੀਂ ਸਥਿਤੀ ਪੈਦਾ ਹੋਈ ਆ ਅਮਰੀਕਾ ਦੇ ਵਿੱਚ, ਤੁਹਾਨੂੰ ਉਸ ਤੋਂ ਕੀ ਲੱਗਦਾ ਹੈ ਕਿ ਟਰੰਪ ਦੇ ਆਉਣ ਦੀਆਂ ਸੰਭਾਵਨਾਵਾਂ ਕਿੰਨੀਆਂ ਕੁ ਨੇ, ਜਾਂ ਜਿਹੜੇ ਉੱਤੇ ਦੋਸ਼ ਲੱਗੇ ਸੀ ਇੰਪੀਚਮੈਂਟ ਤੋਂ ਬਾਅਦ ਉਹਨੂੰ ਸਜ਼ਾ ਹੋਣ ਦਾ ਹਾਲੇ ਕੋਈ ਖਬਰਾਂ ਦੇ ਵਿੱਚ ਨਹੀਂ ਆਇਆ। ਤੇ ਇਹ ਵੀ ਪਤਾ ਲੱਗਿਆ ਕਿ ਵਿਰੋਧੀ ਉਹਦੇ ਜਿਹੜੇ ਹਮਾਇਤੀ ਨੇ 40 ਮਿਲੀਅਨ ਪਾਉਂਡ ਤੱਕ ਵੀ ਉਹਨਾਂ ਨੇ ਜਿਹੜੇ ਲੀਗਲ ਏਡ ਦੀ ਜਾਂ ਲੀਗਲ ਕੇਸਿਸ ਨੇ ਉਹਨਾਂ ਤੇ ਖਰਚ ਕਰ ਚੁੱਕੇ ਆ। ਤੁਹਾਨੂੰ ਕੀ ਲੱਗਦਾ ਹੈ ਇਸ ਵੇਲੇ ਕਿਹੋ ਜਿਹੀ ਸਥਿਤੀ ਹੈਗੀ ਆ? ਸਿੰਦਰਪਾਲ ਜੀ, ਆਪਾਂ ਬਹੁਤ ਚਿਰ ਤੋਂ ਇਹ ਜਿਹੜੇ ਅਮਰੀਕਾ ਦੇ ਲੀਡਰ ਹੈਗੇ ਇਹਨਾਂ ਤੇ ਨਿਗਾਹ ਰੱਖ ਰਹੇ ਆ। ਜਿਹੜਾ ਟਰੰਪ ਹੈਗਾ ਆ ਇਹ ਵੀ ਇੱਕ ਕਮਾਲ ਦਾ ਇਨਸਾਨ ਮੈਨੂੰ ਲੱਗਾ ਕਿ ਇਹਦੀ ਜਿਹੜੀ ਡਿਪਲੋਮੇਸੀ ਆ, ਜੋ ਇਹ ਰਾਜਨੀਤਿਕ ਖੇਡ ਖੇਡਦਾ ਹੈਗਾ, ਮੈਂ ਕਹਿੰਦਾ ਕਿ ਕਾਫੀ ਇਹ ਬੰਦਾ ਸੋਫਿਸਟੀਕੇਟਡ ਹੈ, ਸੁਲਝਿਆ। ਇੱਕ ਤਾਂ ਉਹ ਬਿਜ਼ਨਸਮੈਨ ਹੋਣ ਕਰਕੇ ਸ਼ਾਇਦ ਇਹਨੂੰ ਜਿਹੜੀ ਪ੍ਰੋਫਿਟ ਐਂਡ ਲਾਸ ਦਾ ਪਤਾ ਆ ਵੀ ਕਿਹੜਾ ਕੰਮ ਕਦੋਂ ਕਰਕੇ ਮੈਨੂੰ ਜ਼ਿਆਦਾ ਪ੍ਰੋਫਿਟ ਹੋਏਗੀ। ਮੇਰਾ ਖਿਆਲ ਆ ਉਹੀ ਜਿਹੜਾ ਟ੍ਰਿਕ ਹੈਗਾ ਆ, ਉਹ ਜਿਹੜਾ ਗੁਰ ਇਹਨੇ ਸਿੱਖਿਆ ਹੈਗਾ ਬਿਜ਼ਨਸ ਤੋਂ, ਉਹ ਆਪਣੀ ਰਾਜਨੀਤੀ ਦੇ ਵਿੱਚ ਵੀ ਵਰਤ ਰਿਹਾ ਹੈਗਾ। ਹੁਣ ਦੇਖੋ ਇਹਦੀਆਂ ਜਿੰਨੀਆਂ ਵੀ ਸਟੇਟਮੈਂਟਸ ਜਦੋਂ ਇਹ ਰਾਸ਼ਟਰਪਤੀ ਹੁੰਦਾ ਵੀ ਸੀ ਤੇ ਹੁਣ ਇਹ ਦੁਬਾਰਾ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਇਹ ਜਿਹੜੇ ਵੀ ਬਿਆਨ ਦਿੰਦਾ ਹੈਗਾ ਉਹ ਇਸ ਤਰ੍ਹਾਂ ਦੇ ਦਿੰਦਾ ਆ ਕਿ ਬਈ ਉਹ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ, ਭਾਵੇਂ ਉਹ ਯਕੀਨ ਉਹਨੂੰ ਇਹਨਾਂ ਬਿਆਨਾਂ ਦੇ ਵਿੱਚ ਵਿਸ਼ਵਾਸ ਹੋਵੇ ਚਾਹੇ ਨਾ ਹੋਵੇ, ਉਹ ਲੋਕਾਂ ਦੀ ਗੱਲ ਕਰਦਾ। ਲੋਕ ਜਿਹੜੇ ਆ ਉਹ ਭਰਮ ਜਾਂਦੇ ਆ ਇਸ ਤਰ੍ਹਾਂ ਦੇ ਨਾਲ। ਹੁਣ ਕਿੰਨੇ ਇਹਦੀ ਰਿਪਬਲਿਕਨ ਪਾਰਟੀ ਦੇ ਲੋਕ ਆ ਤੁਸੀਂ ਗ੍ਰਾਫ ਦਿਖਾ ਰਹੇ ਸੀ, ਹੁਣ ਜਿਹੜੇ ਹੋਰ ਬੰਦੇ ਹੈਗੇ ਆ ਉਹ ਇਹਦੇ ਵਿਰੁੱਧ ਖੜਾ ਹੋਣਾ ਚਾਹੁੰਦੇ ਉਹਦੀ ਪਾਰਟੀ ਚੋਂ, ਉਹਨਾਂ ਨੂੰ ਕੋਈ ਚਾਂਸ ਨਹੀਂ ਮਿਲ ਸਕਦਾ, ਕਿਉਂਕਿ ਇਹ ਜਿਹੜੀ ਗੱਲ ਕਰਦਾ ਇਹ ਲੋਕਾਂ ਦੀ ਗੱਲ ਕਰਦਾ। ਫਾਰ ਐਗਜ਼ਾਮਪਲ ਕਿ ਇਹਨੇ ਅੰਤਰਰਾਸ਼ਟਰੀ ਪੱਧਰ ਤੇ ਗੱਲ ਕੀਤੀ ਹੈਗੀ ਆ ਕਿ ਜਦ ਇਹ ਪ੍ਰੈਜ਼ੀਡੈਂਟ ਸੀਗਾ ਵੀ ਉਦੋਂ ਵੀ ਕਰਦਾ ਸੀਗਾ ਕਿ ਬਈ ਆਪਣੇ ਜਿਹੜੇ ਫੌਜੀ ਆ ਅਮਰੀਕਾ ਦੇ, ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਲੜਾਈਆਂ ਕਿਉਂ ਕਰਦੇ ਹੈਗੇ ਜਾ ਕੇ ਜਿੱਥੇ ਕਿ ਸਾਡੇ ਫੌਜੀ ਮਰਦੇ ਆ। ਉਹ ਕਹਿੰਦਾ ਸੀਗਾ ਕਿ ਮੈਂ ਜੇ ਪ੍ਰੈਜ਼ੀਡੈਂਟ ਬਣ ਗਿਆ, ਹੁਣ ਵੀ ਇਸੇ ਤਰ੍ਹਾਂ ਕਹਿੰਦਾ ਜਿਵੇਂ ਪ੍ਰੈਜ਼ੀਡੈਂਟ ਬਣ ਗਿਆ ਤੇ ਜਿਹੜੀਆਂ ਫੌਜਾਂ ਹੈਗੀਆਂ ਲੜ ਰਹੀਆਂ ਹੈਗੀਆਂ, ਅਮਰੀਕੀ ਫੌਜੀ ਮਰ ਰਹੇ, ਉਹਨਾਂ ਨੂੰ ਅਸੀਂ ਘਰ ਵਾਪਸ ਲਿਆਵਾਂਗੇ। ਜਿਹੜੀ ਰੂਸ ਤੇ ਯੂਕਰੇਨ ਦੀ ਲੜਾਈ ਆ, ਇਹਦੇ ਵਿੱਚ ਵੀ ਇਹਦੇ ਜਿਹੜੇ ਬਿਆਨ ਆ ਉਹ ਇਹੀ ਕਹਿ ਰਹੇ ਆ ਕਿ ਉਹ ਜੇਕਰ ਹੁਣ ਪ੍ਰੈਜ਼ੀਡੈਂਟ ਬਣ ਕੇ ਆਉਂਦਾ ਆ ਤੇ ਉਹ ਰੂਸ ਤੇ ਜਿਹੜੀ ਯੂਕਰੇਨ ਦੀ ਲੜਾਈ ਆ ਉਹਨੂੰ ਇਹਦਾ ਕਹਿੰਦਾ ਕਿ ਮੈਂ ਬਣਦੇ ਸਾਰ ਹੀ ਉਹਨੂੰ ਖਤਮ ਕਰ ਦੇਗਾ। ਔਰ ਇਹ ਸ਼ਾਇਦ ਹੋ ਵੀ ਜਾਵੇ, ਕਿਉਂਕਿ ਅਮਰੀਕਾ ਵਾਲੇ ਨੇਟੋ ਦੇ ਝੰਡੇ ਦੇ ਥੱਲੇ ਯੂਕਰੇਨ ਦੀ ਲੜਾਈ ਦੇ ਵਿੱਚ ਬਹੁਤ ਜ਼ਿਆਦਾ ਉਲਝੇ ਹੋਏ ਆ। ਜੇਕਰ ਇਹ ਕਹਿ ਦਿੰਦਾ
ਕਿ ਬਈ ਨੇਟੋ ਦੀ ਜਿਹੜੀ ਇਨਵੋਲਵਮੈਂਟ ਉਸ ਲੜਾਈ ਦੇ ਵਿੱਚ ਉਹ ਨਹੀਂ ਚਾਹੁੰਦਾ, ਉਹ ਘੱਟ ਕਰੇਗਾ ਤੇ ਉਹ ਲੜਾਈ ਜਿਹੜੀ ਹੈ ਇੱਕਦਮ ਖਤਮ ਵੀ ਹੋ ਸਕਦੀ ਹੈਗੀ ਆ। ਸੋ ਕਿਉਂਕਿ ਲੋਕ ਨਹੀਂ ਚਾਹੁੰਦੇ ਕਿ ਅਮਰੀਕਾ ਦੇ ਫੌਜੀ ਜਿਹੜੇ ਆ ਬਾਹਰ ਜਾ ਕੇ ਮਰਨ ਜਾਂ ਅਮਰੀਕਾ ਨੂੰ ਕੋਈ ਫਾਈਨੈਂਸ਼ੀਅਲ ਲਾਸ ਕਿਸੇ ਤਰ੍ਹਾਂ ਹੋਵੇ, ਜਿਸ ਤਰ੍ਹਾਂ ਕਿ ਹੁਣ ਦਾ ਜਿਹੜਾ ਰਾਸ਼ਟਰਪਤੀ ਆ ਉਹ ਆਪਣੇ ਅਮਰੀਕਾ ਦੇ ਹਥਿਆਰ ਧੜਾ ਧੜ ਯੂਕਰੇਨ ਨੂੰ ਦੇ ਰਿਹਾ ਹੈਗਾ ਤੇ ਉਹ ਇਹ ਹਟਾਉਣਾ ਚਾਹੁੰਦਾ। ਤੇ ਲੋਕਾਂ ਨੂੰ ਇਹ ਮੇਰਾ ਖਿਆਲ ਹੈ ਚੀਜ਼ ਅਪੀਲ ਕਰਦੀ ਹੈ। ਇਸੇ ਕਰਕੇ ਉਹ ਉਹਦਾ ਜਿਹੜੇ ਓਪੀਨੀਅਨ ਪੋਲ ਜਿਹੜੇ ਆ ਉਹ ਦਿਖਾਉਂਦੇ ਹੈਗੇ ਆ ਕਿ ਉਹ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪਪੂਲਰ ਹੋ ਗਿਆ ਹੈਗਾ ਤੇ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿ ਉਹ ਦੁਬਾਰਾ ਜਿਹੜਾ ਪ੍ਰੈਜ਼ੀਡੈਂਟ ਅਗਲੇ ਸਾਲ ਜਿਹੜੀਆਂ ਚੋਣਾਂ ਹੋਣੀਆਂ ਉਹ ਬਣ ਵੀ ਸਕਦਾ ਔਰ ਉਹਦੀ ਸੰਭਾਵਨਾ ਬਹੁਤ ਲੱਗਦੀ ਵੀ ਹੈਗੀ ਆ। ਜੀ ਠੀਕ ਹੈ ਬਲਦੇਵ ਜੀ, ਸਾਡੇ ਕੋਲ ਸਮਾਂ ਬਹੁਤ ਥੋੜਾ ਰਹਿ ਗਿਆ। ਜਿਹੜੀ ਅਸੀਂ ਗੱਲ ਕਰਦੇ ਸੀਗੇ ਜੋ BP ਕੰਪਨੀ ਹੈਗੀ ਆ ਉਹਦੇ ਜਿਹੜੇ ਸ਼ੇਅਰਸ ਹੈ ਕਾਫੀ ਡਿੱਗੇ ਆ, ਉਹਨੂੰ ਘਾਟਾ ਪਿਆ। ਉਹ ਜਿਹੜੀ ਯੂਕਰੇਨ ਤੇ ਰੂਸ ਦੀ ਲੜਾਈ ਲੱਗੀ ਹੋਈ ਹੈ ਉਹਦੇ ਸੰਬੰਧ ਵਿੱਚ ਇਸ ਵੇਲੇ ਇਹਦੇ ਬਾਰੇ ਤੁਸੀਂ 1 ਮਿੰਟ ਵਾਸਤੇ, ਤੇ ਨਾਲ ਦੀ ਨਾਲ ਜੋ ਇਸ ਵੇਲੇ ਜਿਹੜੇ ਡਰੋਨਸ ਨੇ ਉਹਨਾਂ ਨੇ ਇਸ ਵੇਲੇ ਮਾਸਕੋ ਵਿੱਚ ਕਾਫੀ ਤਸੱਲੀ ਮਚਾਈ ਆ, ਬਹੁਤ ਸਾਰੀਆਂ ਬਿਲਡਿੰਗਾਂ ਦੇ ਉੱਤੇ ਨੇ ਅਟੈਕ ਕੀਤਾ ਹੈ, ਤੇ ਉਹਦੇ ਸੰਬੰਧ ਵਿੱਚ ਤੁਸੀਂ 2 ਮਿੰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ? ਦੇਖੋ, ਆਪਾਂ ਡਰੋਨ ਦੀ ਗੱਲ ਕਰਦੇ ਹਾਂ, BP ਵਾਲਾ ਬਾਅਦ ਚਾਹਾਂਗੇ ਕਿ ਆਹ ਲੜਾਈ ਜਿਹੜੀ ਯੂਕਰੇਨ ਦੀ ਤੇ ਰੂਸ ਦੀ ਹੈਗੀ ਆ, ਇਹਨੇ ਜਿਹੜੇ ਡਰੋਨਸ ਹੈਗੇ ਆ, ਪਹਿਲਾਂ ਇਹਨਾਂ ਨੂੰ ਲੋਕ ਇਹ ਨਹੀਂ ਸੀ ਸਮਝਦੇ ਕਿ ਬਈ ਇਹਨਾਂ ਨੂੰ ਲੜਾਈ ਲਈ ਇੰਨਾ ਕਾਮਯਾਬੀ ਦੇ ਨਾਲ ਵਰਤਿਆ ਜਾ ਸਕਦਾ। ਰੂਸੀ ਵੀ ਉਹਨੂੰ ਬਹੁਤ ਕਾਮਯਾਬੀ ਦੇ ਨਾਲ ਵਰਤ ਰਹੇ ਹੈਗੇ ਆ ਤੇ ਯੂਕਰੇਨ ਵਾਲੇ ਵੀ। ਯੂਕਰੇਨ ਨੇ ਉਹ ਡਰੋਨ, ਕਿਉਂਕਿ ਜੇ ਇੱਕ ਤਾਂ ਉਹ ਸਸਤੇ ਹੈਗੇ ਆ, ਦੂਸਰਾ ਆ ਕਿ ਵੀ ਜੇਕਰ ਉਹ ਡਿੱਗ ਵੀ ਪੈਂਦਾ ਜਿਹੜਾ ਦੁਸ਼ਮਣ ਆ ਉਹ ਡਰੋਨ ਨੂੰ ਖਤਮ ਵੀ ਕਰ ਦਿੰਦਾ ਤੇ ਤੁਹਾਨੂੰ ਇੰਨਾ ਘਾਟਾ ਨਹੀਂ ਪੈਂਦਾ। ਔਰ ਜਿੱਥੇ ਉਹ ਡਿੱਗਦੇ ਹੈਗੇ ਆ ਜਾ ਕੇ ਤੇ ਉਹ ਕਾਫੀ ਨੁਕਸਾਨ ਵੀ ਕਰਦੇ ਆ। ਬੰਬਾਂ ਜਿੰਨਾ ਨੁਕਸਾਨ ਤਾਂ ਉਹ ਨਹੀਂ ਕਰਦੇ ਕਿਉਂਕਿ ਛੋਟੇ ਛੋਟੇ ਹੁੰਦੇ ਆ। ਔਰ ਉਹਨਾਂ ਦਾ ਸਭ ਤੋਂ ਵੱਡਾ ਐਡਵਾਂਟੇਜ ਇਹ ਆ ਕਿਉਂਕਿ ਉਹ ਛੋਟੇ ਹੋਣ ਕਰਕੇ ਜਿਹੜੇ ਸਿਸਟਮ ਬਣਾਏ ਗਏ ਸੀ ਜਹਾਜ਼ਾਂ ਨੂੰ ਡਿਟੈਕਟ ਕਰਨ ਦੇ ਲਈ, ਕਿਉਂਕਿ ਉਹ ਆਕਾਰ ਦੇ ਵਿੱਚ ਇਸ ਲਈ ਛੋਟੇ ਹੈਗੇ ਆ ਤੇ ਉਹਨਾਂ ਦੀ ਜਿਹੜੀ ਡਿਫੈਂਸ ਹੈਗੀ ਆ, ਰੇਡਰ ਹੈਗੇ ਆ, ਉਹ ਉਹਨਾਂ ਨੂੰ ਡਿਟੈਕਟ ਨਹੀਂ ਕਰ ਸਕਦੇ ਇੰਨੀ ਆਸਾਨੀ ਦੇ ਨਾਲ ਤੇ ਉਹ ਉਹਨਾਂ ਦੀ ਡਿਟੈਕਸ਼ਨ ਤੋਂ ਨਿਕਲ ਕੇ ਤੇ ਉਹ ਦੁਸ਼ਮਣ ਦਾ ਕਾਫੀ ਨੁਕਸਾਨ ਕਰ ਦਿੰਦੇ ਹੈਗੇ ਆ। ਇਸ ਲਈ ਇਹਨਾਂ ਦੀ ਕਾਮਯਾਬੀ ਵੀ ਬਹੁਤ ਹੈਗੀ ਆ ਤੇ ਇਹ ਹੁਣ ਦੇਖਣਾ ਪਊਗਾ ਕਿ ਹੁਣ ਤੋਂ ਇਸ ਲੜਾਈ ਤੋਂ ਬਾਅਦ ਜਿਹੜੀਆਂ ਹੋਰ ਜੰਗਾਂ ਹੋਣਗੀਆਂ ਉਹਨਾਂ ਦੇ ਵਿੱਚ ਜਿਹੜੇ ਡਰੋਨ ਹੈਗੇ ਆ ਜਾਂ ਖਟੋਲੇ ਇਹਨਾਂ ਨੂੰ ਕਹਿ ਸਕਦੇ ਆ, ਉਡਣ ਖਟੋਲੇ ਜਿਹੜੇ ਹੈਗੇ ਆ, ਇਹਨਾਂ ਦਾ ਰੋਲ ਮੇਰਾ ਖਿਆਲ ਆ ਬਹੁਤ ਜ਼ਿਆਦਾ ਹੋਏਗਾ ਕਿਉਂਕਿ ਕਿਸੇ ਵੀ ਮੁਲਕ ਨੂੰ ਪਾਇਲਟ ਜਿਹੜੇ ਆ ਉਹ ਨਹੀਂ ਵਰਤਣੇ ਪੈਣਗੇ। ਮਤਲਬ ਕਿ ਜੇਕਰ ਦੁਸ਼ਮਣ ਨੇ ਤੁਹਾਡਾ ਜਹਾਜ਼ ਥੱਲੇ ਡੇਗ ਵੀ ਲਿਆ ਹੈਗਾ ਤੇ ਤੁਹਾਡਾ ਜਿਹੜਾ ਪਾਇਲਟ ਦਾ ਨੁਕਸਾਨ ਨਹੀਂ ਹੋਏਗਾ। ਜੇ ਮਸ਼ੀਨ ਜਾਂਦੀ ਆ ਤਾਂ ਜਾਵੇ। ਹਾਂਜੀ ਬਲੇਨ ਜੀ, ਇੱਕ ਉੜਦੀ ਖਬਰ ਸੁਣੀ ਸੀ ਕਿ ਜਿਹੜਾ ਪੁਤਨ ਹੈ ਉਹ ਸ਼ਾਇਦ ਹੁਣ ਉਹ ਜੰਗ ਬੰਦ ਕਰਨ ਦੀ ਐਲਾਨ ਕਰਨਾ ਚਾਹੁੰਦਾ ਹੈ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਜ਼ੈਲੈਂਸਕੀ ਕਹਿੰਦਾ ਨਹੀਂ ਜੀ, ਅਸੀਂ ਹੁਣ ਪੂਰੇ ਤਾਕਤਵਰ ਹੋ ਗਏ, ਇਸ ਕਰਕੇ ਸ਼ਾਇਦ ਪੁਤਨ ਸਭ ਤੋਂ ਡਰ ਲੱਗ ਪਿਆ ਹੈ। 1 ਮਿੰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਬਲਦੇਵ ਜੀ? ਚੰਦਰਪਾਲ ਜੀ, ਜਦੋਂ ਟਰੰਪ ਪ੍ਰੈਜ਼ੀਡੈਂਟ ਸੀ ਤੇ ਉਹਨੇ ਇੱਕ ਸ਼ਬਦ ਘੜੇ ਸੀਗੇ, ਫੇਕ ਨਿਊਜ਼। ਜਦੋਂ ਵੀ ਕਿਸੇ ਦੋ ਮੁਲਕਾਂ ਦੀ ਲੜਾਈ ਹੁੰਦੀ ਆ ਤੇ ਉਹ ਫੇਕ ਨਿਊਜ਼ ਦੀ ਮੈਨੂਫੈਕਚਰਿੰਗ ਦੋਨੋਂ ਪਾਸੇ ਸ਼ੁਰੂ ਹੋ ਜਾਂਦੀ ਆ। ਇਸ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਉੜਦੀਆਂ ਖਬਰਾਂ ਆ ਉਹਨਾਂ ਨੂੰ ਬੜੀ ਕੇਅਰਫੁਲ ਹੋ ਕੇ ਤੁਹਾਨੂੰ ਲੈਣਾ ਪਊਗਾ ਕਿ ਬਈ ਉਹ ਇਹ ਦੋ ਦੁਸ਼ਮਣ ਜਿਹੜੇ ਹੈਗੇ ਉਹ ਇੱਕ ਦੂਸਰੇ ਦਾ ਗੱਲਾਂ ਬਾਤਾਂ ਦੇ ਵਿੱਚ ਵੀ ਨੁਕਸਾਨ ਕਰਨਾ ਚਾਹੁੰਦੇ ਆ। ਸੋ ਇਸ ਤਰ੍ਹਾਂ ਦੀ ਜਿਹੜੀ ਫੇਕ ਨਿਊਜ਼ ਆ ਉਹਨਾਂ ਨੂੰ ਥੋੜੇ ਜਿਹੇ ਕੇਅਰਫੁਲ ਹੋ ਕੇ ਪੜ੍ਹਨਾ ਪੈਣਾ ਆਪਾਂ ਜੀ। ਚਲੋ ਠੀਕ ਹੈ ਬਲਦੇਵ ਜੀ, ਸਮਾਂ ਇੱਥੇ ਸਮਾਪਤ ਹੁੰਦਾ ਹੈ। ਆਪ ਜੀ ਤੋਂ ਆਗਿਆ ਲੈਂਦੇ ਹਾਂ, ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪਿਆਰੇ ਦਰਸ਼ਕੋ, ਇਹ ਅੱਜ ਦੀਆਂ ਸਨ ਜਿਹੜੀਆਂ ਤਾਜ਼ਾ ਤਰੀਨ ਖਬਰਾਂ ਤੇ ਬਹੁਤ ਜ਼ਿਆਦਾ ਹੁੰਦੀਆਂ, ਸਾਡੇ ਕੋਲ ਸਮਾਂ ਥੋੜਾ ਹੁੰਦਾ ਹੈ। ਪੰਜਾਬ ਦੀਆਂ ਖਬਰਾਂ ਦੇ ਨਾਲ ਤੁਹਾਨੂੰ ਅਸੀਂ ਫੇਰ ਅਗਲੇ ਹਫ਼ਤੇ ਤੁਹਾਨੂੰ ਜਾਣ ਪਛਾਣ ਕਰਾਵਾਂਗੇ, ਰੂਬਰੂ ਕਰਾਵਾਂਗੇ। ਤੇ ਨਾਲ ਦੀ ਨਾਲ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜਾ ਤੁਹਾਡਾ ਸਹਿਯੋਗ ਆ ਉਹ ਸਾਨੂੰ ਜ਼ਰੂਰੀ ਚਾਹੀਦਾ ਹੁੰਦਾ ਹੈ। ਤੁਸੀਂ ਕੱਲ ਪਰਸੋਂ ਦੇਖਿਆ ਹੈ ਕਿ ਜੋ ਥਰੈਡਫੋਰਡ ਦਾ ਮੇਲਾ ਮਨਾਇਆ ਗਿਆ ਸੀਗਾ ਇੰਦੀ ਸੰਧੂ ਤੇ ਉਹਨਾਂ ਦੀ ਟੀਮ ਦੇ ਵੱਲੋਂ, ਉਹ ਬਹੁਤ ਹੀ ਕਾਮਯਾਬ ਮੇਲਾ ਸੀ। ਉਹ ਸਿੱਖ ਚੈਨਲ ਦੇ ਆਪਣੀ ਅੱਖ ਦੇ ਨਾਲ ਸਾਰਾ ਜੋ ਉੱਥੋਂ ਦਾ ਵਾਤਾਵਰਣ ਸੀ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਚੰਗੇ ਲੱਗੇ ਹੋਣਗੇ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹੇ ਲੱਗਦੇ ਨੇ ਅਸੀਂ ਤੁਹਾਨੂੰ ਆਪਣਾ ਟੈਲੀਫੋਨ ਨੰਬਰ ਹੀ ਦੇ ਦਿੰਦੇ ਹਾਂ
ਕਿ ਉਹਦੇ ਬਾਰੇ ਜਾਣਕਾਰੀ ਦਿਓ। ਇੰਨਾ ਬਹੁਤ ਵਧੀਆ ਤਿਆਰੀ ਕਰਨੀ, ਇੰਨੀ ਟੀਮ ਦੇ ਨਾਲ ਜਾ ਕੇ ਦੂਰੋਂ ਦੂਰੋਂ ਦੇਖ ਲਓ ਅਸਮਾਨਾਂ 'ਚੋਂ ਤੁਹਾਨੂੰ ਉਹ ਦ੍ਰਿਸ਼ ਦਿਖਾਲਣੇ, ਤੁਹਾਨੂੰ ਉਹ ਇਹ ਜਿਹੜਾ ਦਲੀਪ ਸਿੰਘ ਦਾ ਬੁੱਤ ਅਸੀਂ ਦੇਖ ਰਹੇ ਹਾਂ, ਇਹ ਵੀ ਇੱਕ ਸਾਡੇ ਸਿੱਖ ਇਤਿਹਾਸ ਦੇ ਬਾਰੇ ਇੱਕ ਬਹੁਤ ਹੀ ਸ਼ਾਨਦਾਰ ਕੀ ਕਹਿੰਦੇ ਮੋਨੂਮੈਂਟ ਹੈ। ਸੋ ਇਹੋ ਜਿਹੇ ਪ੍ਰੋਗਰਾਮ ਮੈਂ ਤੁਹਾਡੇ ਤੱਕ ਲਿਆਉਣ ਵਾਸਤੇ ਸਿੱਖ ਚੈਨਲ ਪੂਰਾ ਯਤਨਸ਼ੀਲ ਹੈ ਤੇ ਆਪਣਾ ਬਣਦਾ ਸਹਿਯੋਗ ਤੁਸੀਂ ਜਾਰੀ ਰੱਖਣਾ। ਤੇ ਇੱਕ WhatsApp ਨੰਬਰ ਵੀ ਤੁਹਾਨੂੰ ਅਸੀਂ ਆਮ ਤੌਰ ਤੇ ਦਿੰਦੇ ਰਹਿੰਦੇ ਹਾਂ। ਉਸ WhatsApp ਦੇ ਨੰਬਰ ਦੇ ਉੱਤੇ ਤੁਹਾਨੂੰ ਪੂਰੀ ਚੋਇਸ ਹੁੰਦੀ ਹੈ, ਪੂਰੀ ਤੁਹਾਨੂੰ ਖੁੱਲ੍ਹ ਹੁੰਦੀ ਹੈ ਕਿ ਤੁਸੀਂ ਆਪਣੇ ਜਿਹੜੇ ਵਿਚਾਰ ਨੇ, ਮਸ਼ਵਰੇ ਨੇ, ਉਹ ਸਾਡੇ ਨਾਲ ਸਾਂਝੇ ਕਰਿਆ ਕਰੋ। ਅਗਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਤੁਹਾਡੇ ਸ਼ਹਿਰ ਦੇ ਵਿੱਚ ਕੋਈ ਜਾਣਕਾਰੀ ਹੈ, ਕੋਈ ਸਮਾਗਮ ਹੋ ਰਿਹਾ ਹੈ, ਕੋਈ ਮੇਲਾ ਹੋ ਰਿਹਾ ਹੈ, ਕੋਈ ਟੂਰਨਾਮੈਂਟ ਹੋ ਰਿਹਾ ਹੈ, ਜੋ ਬੱਚਿਆਂ ਦਾ ਕੋਈ ਪ੍ਰੋਗਰਾਮ ਹੋ ਰਿਹਾ ਹੈ, ਤਾਂ ਸਾਨੂੰ ਜ਼ਰੂਰ ਯਾਦ ਕਰਿਆ ਕਰੋ, ਸੰਪਰਕ ਕਰਿਆ ਕਰੋ। ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇਹਨਾਂ ਸ਼ਬਦਾਂ ਦੇ ਨਾਲ ਹੀ ਵਿਦਾਇਗੀ ਦੀ ਫਤਿਹ ਬੁਲਾਉਂਦੇ ਹਾਂ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।